ਜੈ ਮਸੀਹ ਦੀ ਸਾਰਿਆਂ ਨੂੰ। ਅੱਜ ਸਾਡੇ ਜ਼ਬੂਰ ਜ਼ੋਨ ਸਾਮਸ ਇਨ ਪੰਜਾਬੀ ਕੰਟੈਕਸਟ ਦਾ 5ਵਾਂ ਐਪੀਸੋਡ ਹੈ। ਤਾਂ ਅੱਜ ਦੇ ਐਪੀਸੋਡ 'ਚ ਅਸੀਂ ਜ਼ਬੂਰ 72 ਤੇ ਗੌਰ ਕਰਾਂਗੇ। ਸਾਡੇ ਵਿੱਚ ਸਾਡੇ ਮਿਊਜ਼ੀਸ਼ੀਅਨ ਅੰਕਲ ਕਾਸ਼ਿਫ ਨੂੰ ਮੈਂ ਰਿਕੁਐਸਟ ਕਰਾਂਗੀ ਕਿ ਉਹ ਸਾਨੂੰ ਇਹ ਜ਼ਬੂਰ ਦਾ ਪਹਿਲਾ ਹਿੱਸਾ ਗਾ ਕੇ ਸੁਣਾਉਣਗੇ। ਜੈ ਮਸੀਹ ਦੀ, ਥੈਂਕ ਯੂ। ਤੇ ਇਹ ਜ਼ਬੂਰ ਦਾ ਜ਼ਬੂਰ 72 ਜਿਹਨੂੰ ਕਿ ਅੱਜ ਅਸੀਂ ਜਿਹਦੇ ਤੇ ਗੱਲ ਕਰਾਂਗੇ, ਇਹਦਾ ਪਹਿਲਾ ਹਿੱਸਾ ਜਿਹੜਾ ਕਿ ਮੈਂ ਗਾ ਕੇ ਸੁਣਾ ਰਿਹਾ, ਉਹਦੇ ਬੋਲ ਨੇ, ਤੂੰ ਆਪਣੇ ਬਾਦਸ਼ਾਹ ਨੂੰ ਯਾ ਰੱਬ ਆਪਣੀ ਅਦਾਲਤ ਦੀ, ਤੇ ਆਪਣੇ ਬਾਦਸ਼ਾਹ ਦੇ ਬੇਟੇ ਨੂੰ ਆਪਣੀ ਸਦਾਕਤ ਦੀ। ਤੂੰ ਆਪਣੇ ਬਾਦਸ਼ਾਹ ਨੂੰ ਯਾ ਰੱਬ ਆਪਣੀ ਅਦਾਲਤ ਦੀ, ਤੂੰ ਆਪਣੇ ਬਾਦਸ਼ਾਹ ਨੂੰ ਯਾ ਰੱਬ ਆਪਣੀ ਅਦਾਲਤ ਦੀ, ਤੇ ਆਪਣੇ ਬਾਦਸ਼ਾਹ ਦੇ ਬੇਟੇ ਨੂੰ ਆਪਣੀ ਸਦਾਕਤ ਦੀ, ਤੇ ਆਪਣੇ ਬਾਦਸ਼ਾਹ ਦੇ ਬੇਟੇ ਨੂੰ ਆਪਣੀ ਸਦਾਕਤ ਦੀ। ਖੁਦਾਇਆ ਕਰਨਗੇ ਟੀਲੇ ਤੇਰੀ ਸੱਚਾਈ ਨੂੰ ਜ਼ਾਹਿਰ, ਖੁਦਾਇਆ ਕਰਨਗੇ ਟੀਲੇ ਤੇਰੀ ਸੱਚਾਈ ਨੂੰ ਜ਼ਾਹਿਰ। ਪਹਾੜਾਂ ਨੂੰ ਅਮਾਨ ਦੱਸਣਗੇ ਤੇਰੇ ਲੋਕਾਂ ਦੀ ਖਾਤਰ, ਪਹਾੜਾਂ ਨੂੰ ਅਮਾਨ ਦੱਸਣਗੇ ਤੇਰੇ ਲੋਕਾਂ ਦੀ ਖਾਤਰ। ਕਰੇਗਾ ਉਹ ਅਦਾਲਤ ਆਪ ਉਮਤ ਦੇ ਗਰੀਬਾਂ ਦੀ, ਤੇ ਹਾਜਤਮੰਦਾਂ ਦੀ ਔਲਾਦ ਪਾਵੇਗੀ ਖਲਾਸੀ। ਤੂੰ ਆਪਣੇ ਬਾਦਸ਼ਾਹ ਨੂੰ ਯਾ ਰੱਬ ਆਪਣੀ ਅਦਾਲਤ ਦੀ, ਤੇ ਆਪਣੇ ਬਾਦਸ਼ਾਹ ਦੇ ਬੇਟੇ ਨੂੰ ਆਪਣੀ ਸਦਾਕਤ ਦੀ। ਆਮੀਨ। ਆਮੀਨ, ਥੈਂਕ ਯੂ ਸੋ ਮਚ। ਤਾਂ ਹੁਣ ਇਸ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਮੈਂ ਰਿਕੁਐਸਟ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। ਆਓ ਅਸੀਂ ਸਾਰੇ ਮਿਲ ਕੇ ਉਸਦੀ ਹਜ਼ੂਰੀ ਦੇ ਵਿੱਚ ਚਲੀਏ ਤੇ ਦੇਖ ਕੇ ਆਪਣੇ ਸਰਾਂ ਨੂੰ ਝੁਕਾਈਏ ਤੇ ਦੁਆ ਕਰੀਏ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਤੇਰੀ ਦਿੱਤੀ ਇਸ ਜ਼ਿੰਦਗੀ ਦੇ ਲਈ ਔਰ ਤੰਦਰੁਸਤੀ ਦੇ ਲਈ। ਖੁਦਾਵੰਦ ਤੂੰ ਨੇ ਸਾਨੂੰ ਤੰਦਰੁਸਤੀ ਦਿੱਤੀ ਤਾਂ ਜੋ ਅਸੀਂ ਇਸ ਸਮੇਂ ਇਕੱਠੇ ਹੋ ਕੇ ਖੁਦਾਵੰਦ ਜੋ ਕੁਛ ਵੀ ਤੇਰੇ ਖਾਦਮ ਤੋਂ ਜ਼ਬੂਰ 72 ਦੇ ਬਾਰੇ ਚ ਸੁਣੀਏ ਖੁਦਾਵੰਦ ਉਸਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ ਤਮਾਮ ਸੁਣਨ ਵਾਲਿਆਂ ਨੂੰ ਜਿਹੜੇ ਸਾਨੂੰ ਸੁਣਦੇ ਪਏ ਨੇ ਖੁਦਾਵੰਦ ਤੂੰ ਉਹਨਾਂ ਦੇ ਵੀ ਨਾਲ ਹੋ, ਤੂੰ ਉਹਨਾਂ ਦੇ ਜ਼ਹਿਨ ਨੂੰ ਵੀ ਖੋਲ ਤੇ ਉਹਨਾਂ ਦਾ ਰਾਖਾ ਤੇ ਮਦਦਗਾਰ ਹੋ। ਫਿਰ ਤੋਂ ਖੁਦਾਵੰਦ ਤੇਰੇ ਖਾਦਮ ਨੂੰ ਤੇਰੇ ਹੱਥਾਂ ਚ ਸਪੁਰ ਕਰਦੇ ਹਾਂ ਤਾਂ ਕਿ ਜੋ ਕੁਛ ਵੀ ਉਹ ਅੱਜ ਬੋਲਦੇ ਨੇ ਇਸ ਜ਼ਬੂਰ 72 ਦੇ ਉੱਤੇ ਖੁਦਾਵੰਦ ਉਹ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਰੋਸ਼ਨੀ ਦਾ ਕੰਮ ਹੋਵੇ ਤਾਂ ਜੋ ਖੁਦਾਵੰਦ ਅਸੀਂ ਉਸ ਕਲਾਮ ਨੂੰ ਹੋਰਾਂ ਤੱਕ ਵੀ ਪਹੁੰਚਾਉਣ ਵਾਲੇ ਹਾਂ। ਤੇਰੇ ਬੇਟੇ ਯਿਸੂ ਨਾਸਰੀ ਦੇ ਨਾਂ ਚ ਮੰਗਦੇ ਹਾਂ, ਸੁਣ ਤੇ ਕਬੂਲ ਕਰ। ਆਮੀਨ। ਆਮੀਨ। ਆਓ ਹੁਣ ਅਸੀਂ ਅੱਜ ਦੀ ਸਕ੍ਰਿਪਚਰ ਰੀਡਿੰਗ ਵਿੱਚ ਚੱਲਾਂਗੇ ਆਂਟੀ ਸਿੰਬਲ ਤੇ ਅੰਕਲ ਜੋਸ਼ੂਆ ਦੇ ਨਾਲ। ਜ਼ਬੂਰ 72 ਉਹਦੀ पहली आयत। आए खुदा बादशाह को अपने अहकाम और शहजादा को अपनी सदाकत अता फरमा। दूसरी आयत। ਉਹ ਧਰਮ ਨਾਲ ਤੇਰੀ ਪ੍ਰਜਾ ਦਾ ਅਤੇ ਇਨਸਾਫ ਨਾਲ ਤੇਰੇ ਮਸਕੀਨਾਂ ਦਾ ਨਿਆਂ करेगा। तीसरी आयत। इन लोगों के लिए पहाड़ों से सलामती के और पहाड़ियों से सदाकत के फल पैदा होंगे। आयत चौथी। ਉਹ ਪ੍ਰਜਾ ਦੇ ਮਸਕੀਨਾਂ ਦਾ ਨਿਆਂ ਕਰੇਗਾ, ਉਹ ਕੰਗਾਲਾਂ ਦੇ ਬੱਚਿਆਂ ਨੂੰ ਬਚਾਵੇਗਾ ਅਤੇ ਜ਼ਾਲਮ ਨੂੰ ਫੇਮੇਗਾ। पांचवी आयत। जब तक सूरज और चांद कायम है लोग नस्ल दर नस्ल तुझसे डरते रहेंगे। छेवीं आयत। ਉਹਦਾ ਉਤਰਨਾ ਵਰਖਾ ਦੀ ਨਿਆਈ ਹੋਵੇਗਾ ਜਿਹੜੀ ਘਾਹ ਦੇ ਵੱਢ ਉੱਤੇ ਪਵੇ ਅਤੇ ਝਾੜੀਆਂ ਦੀ ਨਿਆਈ ਜੋ ਧਰਤੀ ਨੂੰ ਸਿੰਜਦੀਆਂ ਹਨ। सातवीं आयत।
उसके अयाम में सादक बरूमंद होंगे और जब तक चांद कायम है खूब अमन रहेगा। 8वीं आयत, ਉਹ ਸਮੁੰਦਰੋਂ ਲੈ ਕੇ ਸਮੁੰਦਰ ਤੀਕ ਅਤੇ ਦਰਿਆਵਾਂ ਤੋਂ ਲੈ ਕੇ ਧਰਤੀ ਦੇ ਬੰਨੇ ਤੀਕ ਰਾਜ ਕਰੇਗਾ। 9वीं आयत, बियाबान के रहने वाले उसके आगे झुकेंगे और उसके दुश्मन खाक चाटेंगे। 10वीं आयत, ਤਰਸ਼ੀਸ਼ और टापुआं ਦੇ ਰਾਜੇ ਭੇਂਟ ਲਿਆਉਣਗੇ, ਸਭਾ ਤੇ ਸਭਾ ਦੇ ਰਾਜੇ ਨਜ਼ਰਾਨੇ ਪਹੁੰਚਾਉਣਗੇ। 11वीं आयत, बल्कि सब बादशाह उसके सामने सरनगू होंगे, कुल कौमें उसकी मती होंगी। 12वीं आयत, ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਨੂੰ ਅਨਾਥ ਨੂੰ ਬਚਾਵੇਗਾ। 13वीं आयत, वो गरीब और मोहताज पर तरस खाएगा और मोहताजों की जान को बचाएगा। 14वीं आयत, ਉਹ ਉਹਨਾਂ ਦੀ ਜਾਨ ਨੂੰ ਛਲ ਤੇ ਅਨੇਰ ਤੋਂ ਨਿਸਤਾਰਾ ਦੇਵੇਗਾ ਅਤੇ ਉਹਨਾਂ ਦਾ ਲਹੂ ਉਹਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ। 15वीं आयत, वो जीते रहेंगे और सबा का सोना उसको दिया जाएगा, लोग बराबर उसके हक में दुआ करेंगे, वो दिन भर 16वीं उसे आयत, दुआ देंगे। 16ਵੀਂ ਆਇਤ, ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇ, ਉਹਦਾ ਫਲ ਲਬਨਾਨ ਵਾਂਗੂ ਝੂਮੇ ਅਤੇ ਸ਼ਹਿਰ ਦੇ ਲੋਕ ਧਰਤੀ ਦੀ ਹਰਿਆਵਲ ਵਾਂਗੂ ਲਹਿਲਹਾਉਣ। 17वीं आयत, उसका नाम हमेशा कायम रहेगा, जब तक सूरज है उसका नाम रहेगा और लोग उसके वसीला से बरकत पाएंगे और सब कौमें उसे खुश नसीब कहेंगी। 18ਵੀਂ आयत, मुबारक होवे यहोवा परमेश्वर, इस्राइल दा परमेश्वर, ਉਹ ਇਕੱਲਾ ਹੀ ਅਚਰਜ ਦੇ ਕੰਮ ਕਰਦਾ ਹੈ। 19वीं आयत, उसका जलील नाम हमेशा के लिए मुबारक हो और सारी ही जमीन उसके जलाल से मामूर हो। आमीन सुम आमीन। Amen. Thank you. Is reading lay. I'll want to see Pastor Eric Sarwar. Then I'll come the reflection, the interpretation with Jawange. जी एंजल बहुत बहुत शुक्रिया, थैंक यू वेरी मच। भाई चौहान साहब ने सानू इंग्लैंड तो ज्वाइन किया और मैं हर बारी भाई चौहान साहब का शुक्रिया अदा करना वा, क्योंकि असी बाकी लोग तो सदਰਨ कैलिफोर्निया पैसिफिक टाइम ਵਿੱਚ ਮੌਜੂਦ ਹਾਂ ਔਰ ਸਾਡਾ ਸਾਰਿਆਂ ਦਾ ਸੇਮ ਟਾਈਮ ਹੈ, ਸ਼ਾਮ ਦੇ ਰਾਤ ਦੇ ਸਾਡੇ ਕੋਲ 8:30 ਹੁੰਦੇ ਨੇ, ਲੇਕਿਨ ਚੌਹਾਨ ਸਾਹਿਬ ਕੋਲ ਸਵੇਰ ਦੇ 4 ਵਜਣ ਦਾ ਨੇ ਜੀ ਔਰ 3:30 4 ਵਜੇ ਦਾ ਟਾਈਮ ਹੈ ਤੇ ਉਹ ਇਸ ਵੇਲੇ ਜਾਗ ਕੇ ਤੇ ਸਾਡੇ ਨਾਲ ਖੁਦਾਵੰਦ ਦੀ ਖਿਦਮਤ ਲਈ ਮੌਜੂਦ ਨੇ। ਚੌਹਾਨ ਸਾਹਿਬ ਤੁਹਾਂ ਜ਼ਬੂਰ 72 ਜਿਹੜਾ ਵੇ ਉਹਦਾ ਤੁਹਾਂ ਪਹਿਲਾ ਹਿੱਸਾ ਗਾਇਆ ਵੇ। ਸਾਡੇ ਇੰਡੀਆ ਪਾਕਿਸਤਾਨ ਦੇ ਵਿੱਚ ਮੋਸਟਲੀ ਲੋਕ ਸਿਰਫ ਜ਼ਬੂਰ 72 ਦਾ ਜਿਹੜਾ ਆਖਰੀ 3 ਆਇਤਾਂ ਨਾ ਉਹ ਗਾਉਂਦੇ ਨੇ, रहेगा नाम सदा तीकर, और उन्होंने चंदे का गीत बना दिता। मैंने नहीं पता किन्ने बनाया, क्यों बनाया, हालांकि चंदे का गीत नहीं है। जिवें ही पब्लिक जबूर सुनती है ना, उन्होंने हथ बीबियां दे अपने पर्सां वाल ते बंदियां दे अपने बटवियां वाल जांदे ने ते बच्चे इन्हां दा सिद्धे तैयार होंदे कि जी इत्थे आउणा चंदा पाना। सो आई डोंट नो किन्ने इनू बनाया, क्यों आया वे और कित्थों ट्रेडिशन चलिया। लेकिन इस तों इलावा असां वेखिया कि जबूर दीयां 17 आयतां ने। चौहान साहब ने साडे नाल पहलियां जिहड़ियां 5 आयतां ने ਉਹ ਉਹਨਾਂ ਗਾਈਆਂ ਨੇ, ਲੇਕਿਨ ਇਹਦੇ ਵਿਚਕਾਰ ਇੱਕ ਹੋਰ ਪਾਰਟ ਹੈ ਜਿਹੜਾ ਸ਼ੁਰੂ ਹੋ ਰਿਹਾ ਵੇ ਕਿ 6ਵੀਂ ਆਇਤ ਤੋਂ, ਔਰ ਉਹਦੀ ਵੀ ਧੁਨ ਜਿਹੜੀ ਅਸੀਂ ਚੌਹਾਨ ਸਾਹਿਬ ਕੋ ਸੁਣਾਂਗੇ ਕਿ ਤਾਂ ਕਿ ਜਿਹੜੇ ਸੁਣਨ ਵਾਲੇ ਨੇ ਉਹ ਜ਼ਬੂਰ ਦੀਆਂ ਜਿਹੜੀਆਂ ਓਰੀਜਨਲ ਧੁਨਾਂ ਨੇ ਉਹ ਉਹਨਾਂ ਨੂੰ ਜਾਣ ਸਕਣ। ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਜਿਹੜੀਆਂ ਇਸ ਪ੍ਰੋਗਰਾਮ ਦੇ ਵਸੀਲੇ ਜਿਹੜੇ ਤੁਹਾਡੇ ਕੋਲ ਕੰਪੋਜੀਸ਼ਨ ਜਾਂ ਜਿਹੜੇ ਧੁਨਾਂ ਚੌਹਾਨ ਸਾਹਿਬ ਗਾਉਂਦੇ ਨੇ ਉਹ ਧੁਨਾਂ ਨੇ ਜਿਹੜੀਆਂ 1908 ਦੇ ਵਿੱਚ ਪਾਦਰੀ ਮਾਮਦਿਨ ਸ਼ਵਾਸ ਸਾਹਿਬ ਔਰ ਰਾਧਾ ਕਿਸ਼ਨ ਗਵਈਏ ਜਿਹੜੇ ਹਿੰਦੂ ਸਨ ਉਹਨਾਂ ਨੇ ਜਦੋਂ ਕੰਪੋਜ਼ ਕੀਤਾ ਉਸ ਪੋਇਟਰੀ ਨੂੰ, ਔਰ ਉਹ ਧੁਨਾਂ ਜਿਹੜੀ ਯੂਨਾਈਟਿਡ ਪ੍ਰੈਸਬਿਟੇਰੀਅਨ ਚਰਚ ਆਫ ਨਾਰਥ ਅਮਰੀਕਾ ਦੀ ਜਿਹੜੀ ਕਮੇਟੀ ਬਣੀ ਸੀ ਉਹਨਾਂ ਨੇ ਇਹ ਧੁਨਾਂ ਅਪਰੂਵ ਕਰਕੇ ਤੇ 1908 ਦੇ ਵਰਜਨ ਵਿੱਚ ਛਾਪੀਆਂ। ਸੋ ਇਹਦਾ ਮਤਲਬ ਹੈ ਵੇ ਕਿ ਇਹ ਧੁਨਾਂ ਜਿਹੜੀਆਂ ਨੇ these are 100 years old authentic original tunes। ਇਹਦੇ ਤੇ ਕਿਸੇ ਕਿਸਮ ਦੀ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਚੌਹਾਨ ਸਾਹਿਬ। ਜੀ ਸ਼ੁਕਰੀਆ ਅਰਗ ਭਾਈ। ਇਹ ਮੈਂ ਪਹਿਲੇ ਵੀ ਅਸੀਂ ਗੱਲ ਕਰ ਰਹੇ ਸਾਂ, ਜਿਸ ਤਰ੍ਹਾਂ ਮੈਂ ਇੱਕ ਟਿਊਨ ਇਹਦੇ ਚੋਂ ਪੜ੍ਹਨਾ ਵਾ ਤੇ ਮੈਨੂੰ ਬੜੀ ਦਿਲ ਨੂੰ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਕਿੰਨੀ ਖੂਬਸੂਰਤੀ ਦੇ ਨਾਲ ਇਹਨਾਂ ਸਾਰਿਆਂ ਨੂੰ ਕੰਪੋਜ਼ ਕੀਤਾ ਗਿਆ। ਇਸ ਜ਼ਬੂਰ ਦਾ 72 ਦਾ ਹਿੱਸਾ 2 ਜਿਹੜਾ ਕਿ ਹੈ, ਉਤਰੇਗਾ ਉਹ ਨਾਲ ਆਪਣੇ ਫਜ਼ਲ ਦੇ, ਵਧੀ ਹੋਈ ਘਾਹ ਉੱਤੇ ਜਿਵੇਂ ਮੀਂਹ ਵਰਿਆ। ਮੈਂ ਅਲਫਾਜ਼ ਤੇ ਖੂਬਸੂਰਤ ਹੈ ਹੀ ਨੇ, ਲੇਕਿਨ ਜਿਹੜੇ ਧੁਨ ਬਣਾਉਣ ਵਾਲੇ ਨੇ ਉਹਦੇ 'ਚ ਬਰਸਾਤ ਦਾ ਟੱਚ ਦਿੱਤਾ ਹੈ, ਉਹ ਮੈਂ ਸੁਣ ਕੇ ਦੰਗ ਰਹਿ ਗਿਆ ਸਾਂ ਤੇ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਉਹਦੀ ਧੁਨ ਨੂੰ। ਉਤਰੇਗਾ
नाल अपने फजल दे वधी होई घाव ते जिवें मीं वरे उतरेगा ओ नाल अपने फजल दे वधी होई घाव ते जिवें मीं वरे या झड़ी जिस तरह लग के सरबसर कर दी है सुक्की जमीन तरबतर या झड़ी जिस तरह लग के सरबसर कर दी है सुक्की जमीन तरबतर सब समुंदर सारे दरिया कुल जमीन राज विच आउणगे ओदे बिल यकीन सब समुंदर सारे दरिया कुल जमीन राज विच आउणगे ओदे बिल यकीन उतरेगा ओ नाल अपने फजल दे वधी होई घाव ते जिवें मीं वरे आमीन। बड़ी वाह, बहुत बहुत शुक्रिया जी, थैंक यू वेरी मच। अच्छा, एस ਜ਼ਬੂਰ 72 ਦੀ ਜਿਹੜੀ ਇਹ ਵਾਲੀ ਧੁਨ ਹੈ ਇਹ ਵੀ ਇੱਕ ਅੰਦਾਜ਼ ਦੀ ਬਣੀ ਹੋਈ ਹੈ ਜਿਹੜੀ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਰਿਕਾਰਡ ਕੀਤੀ ਹੈ, ਲੇਕਿਨ ਚੂੰਕਿ ਮੈਂ ਇਹਦੇ ਹੱਕ ਚ ਐਕਚੁਅਲੀ ਨਵੀਆਂ ਧੁਨਾਂ ਬਣਨੀਆਂ ਚਾਹੀਦੀਆਂ ਨੇ, ਲੋਕਾਂ ਨੂੰ ਕ੍ਰੀਏਟੀਵਿਟੀ ਨੂੰ ਅਪਰੋਚ ਕਰਨਾ ਚਾਹੀਦਾ, ਲੇਕਿਨ ਨਾਟ ਐਟ ਦਾ ਐਕਸਪੈਂਸ ਆਫ ਦਾ ਓਰੀਜਨਲ ਹੈਰੀਟੇਜ। ਜਿਹੜੀ ਅਸਲੀ ਹੈਰੀਟੇਜ ਹੈ, ਜਿਹੜੀ ਅਸਲੀ ਵਿਰਾਸਤ ਹੈ, ਮਿਰਾਸ ਹੈ, ਉਹਨੂੰ ਵੀ ਕਾਇਮ ਰਹਿਣਾ ਚਾਹੀਦਾ ਵੇ ਤਾਂ ਕਿ ਅਸੀਂ ਆਉਣ ਵਾਲੀ ਨਸਲਾਂ ਨੂੰ ਦੱਸ ਸਕੀਏ ਕਿ ਇਹ ਪਹਿਲਾ ਕੰਮ ਹੈ। ਲੇਕਿਨ ਜਿਵੇਂ ਚਰਚ ਮਿਊਜ਼ਿਕ, ਜਿਵੇਂ ਇੱਕ ਖੁਦਾ ਦਾ ਖਾਦਮ ਕਹਿੰਦਾ ਵੇ ਕਿ ਜੀ the book of Psalm is the womb of the church music। ਇਸ ਤਰੀਕੇ ਦੇ ਨਾਲ ਅਗਰ ਜ਼ਬੂਰਾਂ ਦੀ ਕਿਤਾਬ ਨਾ ਹੁੰਦੀ ਤਾਂ ਸਾਡੇ ਕੋਲ ਕਲੀਸੇ ਮੌਸੀਕੀ ਵੀ ਨਾ ਹੁੰਦੀ, ਲੇਕਿਨ ਜ਼ਬੂਰ ਸਾਨੂੰ ਇਹ ਵੀ ਦੱਸਦੇ ਨੇ ਕਿ ਅਸੀਂ ਨਵੀਂ ਕ੍ਰੀਏਟੀਵਿਟੀ ਕਰੀਏ। ਜ਼ਬੂਰ 72 ਦਾ ਇੱਕ ਹੋਰ ਜਿਹੜਾ ਪਾਰਟ ਹੈ ਉਹ ਬੜਾ ਅੱਛਾ ਵੇ, ਔਰ ਐਸੇ ਸੇਮ ਜਿਹੜਾ ਵੀ ਨਾ ਰਹੇਗਾ ਨਾ ਸਰਾਤੀ ਕਰ, ਇਹਨੂੰ ਸਾਡੇ ਕਰਾਚੀ ਚ ਹੁੰਦੇ ਹਨ ਪਾਦਰੀ ਜੈਰਲਡ ਮਲ ਸਾਹਿਬ, ਔਰ ਪਾਦਰੀ ਜੈਰਲਡ ਮਲ ਸਾਹਿਬ ਨੇ ਵੀ ਉਹਦੀ ਇੱਕ ਬੜੀ ਅੱਛੀ ਧੁਨ ਬਣਾਈ ਸੀ, ਔਰ ਉਹ ਧੁਨ ਜਿਹੜੀ ਸੀ ਉਹ ਵੀ ਮਤਲਬ ਆਲਦੋ ਦੈਟ ਵਾਸ ਹਿਸ ਪਰਸਨਲ ਕੀ ਉਹਨੂੰ ਕਵਾਂਗੇ ਕਿ ਐਫਰਟ ਸੀ, ਲੇਕਿਨ ਮੈਂ ਚਾਹ ਰਿਹਾ ਕਿ ਮੈਂ ਤੁਹਾਨੂੰ ਉਹਦਾ ਵੀ ਜਿਹੜਾ ਨਾ ਇੱਕ ਥੋੜਾ ਜਿਹਾ ਟੇਸਟ ਦਵਾਂ ਕਿ ਉਹ ਉਹਨਾਂ ਨੇ ਕਿਹੜੀ ਕੀਤੀ। ਜਰਾ ਸੁਣਿਓ ਜੀ ਜਰਾ। ਸੋ ਜੀ ਤੁਹਾਂ ਸੁਣਿਆ ਕਿ ਮਤਲਬ ਜਿਹੜੀ ਇਹ ਧੁਨ ਹੈ, ਮੈਂ ਪਾਦਰੀ ਜੈਰਲਡ ਮਲ ਸਾਹਿਬ ਜਿਹੜੇ ਸਨ ਉਹ ਇਹਦੇ ਅਤੀਕ ਦੇ ਔਰ ਹਿਬਰੂ ਜ਼ੁਬਾਨ ਦੇ ਪ੍ਰੋਫੈਸਰ ਸਨ ਕਰਾਚੀ, ਜਿਹੜੀ ਸੈਂਟ ਥਾਮਸ ਐਂਗਲੀਕਨ ਚਰਚ ਦੀ ਸੈਮਨਰੀ ਸੀ, ਔਰ ਮੈਨੂੰ ਬੜਾ ਮੌਕਾ ਮਿਲਿਆ ਉਹਨਾਂ ਦੇ ਨਾਲ ਮੁਖਤਲਿਫ ਕੈਂਪਸ ਤੇ ਐਜ਼ ਅ ਸਪੀਕਰ ਹੁੰਦੇ ਆ। ਔਰ ਉਹਦੇ ਬਾਅਦ ਜਦੋਂ ਅਸੀਂ ਬੱਚਿਆਂ ਦਾ ਇੱਕ ਐਲਬਮ ਕੀਤਾ ਤੇ ਮੈਂ ਹਿਬਰੂ ਟੈਕਸਟ ਗਵਾਉਣਾ ਸੀ ਉਹਨਾਂ ਕੋਲੋਂ, ਇਸਾਇਆ ਨੌਵੇਂ ਬਾਬ ਦਾ, ਉਹ ਫਿਰ ਮੈਂ ਉਹਨਾਂ ਨੂੰ ਦਾਵਤ ਦਿੱਤੀ, ਉਹਨਾਂ ਆ ਕੇ ਟੈਕਸਟ ਗਾਇਆ ਹਿਬਰੂ ਦਾ, ਪੈਦਾਇਸ਼ ਪਹਿਲੇ ਬਾਬ ਦਾ ਵੀ ਔਰ ਫਿਰ ਇਸਾਇਆ ਦਾ ਵੀ, ਔਰ ਗ੍ਰੀਕ ਦਾ ਵੀ ਟੈਕਸਟ ਉਹਨਾਂ ਗਾਇਆ ਉਸ ਐਲਬਮ ਦੇ ਵਿੱਚ। ਸੋ ਅਸੀਂ ਵੇਖਿਆ ਕਿ ਮਤਲਬ ਜਿਹੜੀ ਕ੍ਰੀਏਟੀਵਿਟੀ ਹੈ ਉਹ ਬੜੀ ਲਾਜ਼ਮੀ ਹੈ ਤਾਂ ਕਿ ਅਸੀਂ ਆਪਣੇ ਆਪਣੇ ਅੰਦਾਜ਼ ਨਾਲ ਜਿਹੜਾ ਵੀ ਉਹਨੂੰ ਲੈ ਕੇ, ਇਹ ਕਈ ਲੋਕ ਇਤਰਾਜ਼ ਕਰਦੇ ਨੇ ਜੀ ਕਿ ਜ਼ਬੂਰਾਂ ਦੀ ਧੁਨਾਂ ਨੂੰ ਨਹੀਂ ਛੇੜਨਾ ਚਾਹੀਦਾ,
ਮੇਰਾ ਕੰਸਰਨ ਹੈ ਵੀ ਜ਼ਬੂਰਾਂ ਦੀ ਧੁਨਾਂ ਨੂੰ ਕਾਇਮ ਰਹਿਣਾ ਚਾਹੀਦਾ, ਓਰੀਜਨਲ ਨੂੰ ਉਹਨਾਂ ਨੂੰ ਪ੍ਰੀਜ਼ਰਵ ਵੀ ਹੋਣਾ ਚਾਹੀਦਾ, ਲੇਕਿਨ ਇਹਦੇ ਨਾਲ ਨਾਲ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਵੀ ਇੰਗੇਜ ਹੋਣਾ ਚਾਹੀਦਾ ਵੇ ਤਾਂ ਕਿ ਉਹ ਵੀ ਇੰਗੇਜ ਹੋ ਸਕਣ। ਜਿਹੜੀ ਇੰਪੋਰਟੈਂਟ ਚੀਜ਼ ਯਾਦ ਰੱਖਣ ਵਾਲੀ ਉਹ ਹੈ ਵੇ ਕਿ ਜ਼ਬੂਰਾਂ ਦੀ ਬਹਿਸੀਅਤ ਖੁਦਾ ਦਾ ਕਲਾਮ ਹੁੰਦਿਆਂ ਹੋਇਆਂ ਉਹਨਾਂ ਦੀ ਤਕਦੀਸ ਔਰ ਜਿਹੜੀ ਉਹਨਾਂ ਦੀ ਸੰਜੀਦਗੀ ਹੈ ਉਹ ਤੁਹਾਡੇ ਮਿਊਜ਼ਿਕ ਔਰ ਤੁਹਾਡੀ ਪਰਫਾਰਮੈਂਸ ਦੇ ਵਿੱਚ ਵੀ ਨਜ਼ਰ ਆਉਣੀ ਚਾਹੀਦੀ ਹੈ। ਉਹ ਭਾਵੇਂ ਤੁਸੀਂ ਮਾਡਰਨ ਕੰਟੈਂਪਰੇਰੀ ਯੂਜ਼ ਕਰੋ, ਭਾਵੇਂ ਤੁਸੀਂ ਲਾਈਟ ਕਲਾਸੀਕਲ ਯੂਜ਼ ਕਰੋ, ਭਾਵੇਂ ਗਜ਼ਲ ਯੂਜ਼ ਕਰੋ, ਭਾਵੇਂ ਕੁਛ ਵੀ ਯੂਜ਼ ਕਰੋ, ਜਿਹੜੀ ਸੈਂਕਟਿਟੀ ਹੈ ਖੁਦਾ ਦੇ ਕਲਾਮ ਦੀ ਗਾਣ ਦੀ ਉਹਦੀ ਜਿਹੜੀ ਹੈ ਨਾ ਉਹ ਆਪਣੀ ਜਗ੍ਹਾ ਤੇ ਰਹਿਣੀ ਚਾਹੀਦੀ ਹੈ। ਸੋ ਅੱਜ ਅਸੀਂ ਆ ਰਹੇ ਜੀ ਜ਼ਬੂਰ ਨੰਬਰ 72, ਬੜਾ ਮਸ਼ਹੂਰ ਜ਼ਬੂਰ, ਜਿਵੇਂ ਅੱਗੇ ਕਿਹਾ ਚੰਦੇ ਦਾ ਜ਼ਬੂਰ ਇੰਡੀਆ ਪਾਕਿਸਤਾਨ ਦੇ ਵਿੱਚ ਹਰ ਜਗ੍ਹਾ ਬੜਾ ਮਸ਼ਹੂਰ ਹੈ। ਬਲਕਿ ਇੱਕ ਸਟੋਰੀ ਮੈਨੂੰ ਯਾਦ ਹੈ, ਮੈਂ ਆਪਣੇ ਜਿਹੜਾ ਮੇਰਾ PhD ਦਾ ਡਿਸਰਟੇਸ਼ਨ ਹੈ ਉਹਦੇ ਚ ਮੈਂ ਖਤਮ ਮੈਂ ਉਸ ਸਟੋਰੀ ਤੇ ਕੀਤਾ ਵੇ। ਉਹ ਸਟੋਰੀ ਇੰਜ ਬਿਆਨ ਕੀਤੀ ਜਾਂਦੀ ਹੈ ਕਿ ਇੱਕ ਬੰਦਾ ਸੀ ਪੰਜਾਬ ਦੇ ਪਿੰਡ ਵਿੱਚ, ਤੁਹਾਨੂੰ ਪਤਾ ਨਾ ਜ਼ਬੂਰਾਂ ਨੂੰ ਕਿਹਾ ਜਾਂਦਾ ਜੀ ਕਿ ਇਟਸ ਅ ਬਾਈਬਲ ਆਫ ਔਰਲ ਲਿਟਰੇਟ ਪੀਪਲ। ਇਲਿਟਰੇਟ ਮੈਂ ਲਫ਼ਜ਼ ਯੂਜ਼ ਨਹੀਂ ਕਰਨ ਦਾ ਜਾਣਬੁੱਝ ਕੇ। ਇਲਿਟਰੇਟ ਦਾ ਮਤਲਬ ਹੈ ਵੇ ਕਿ ਦੇ ਕੈਨ ਨਾਟ they are totally ਜਿਹੜਾ ਨਾ ਉਹ ignorant ਹੈ, ਜਿਹਦੀ ਗੱਲ ਨਹੀਂ ਹੈ, ਉਹ ਪੜ੍ਹੇ ਲਿਖੇ ਲੋਕ ਨੇ ਲੇਕਿਨ ਉਹਨਾਂ ਦਾ oral literate style ਹੈ rather than ਕਿ writing and reading style, so they are already wise people. So it's an oral literate context ਦੇ ਵਿੱਚ ਇੱਕ ਪਿੰਡ ਦਾ ਇੱਕ ਬਜ਼ੁਰਗ ਸੀ ਤੇ ਉਹ ਨਾ ਚੌਧਰੀਆਂ ਦੇ ਘਰ ਇੰਜ ਕੰਮ ਕਰਦਾ ਸੀ ਨਾ, ਤੇ ਇੱਕ ਦਿਨ ਚੌਧਰੀ ਕਹਿੰਦਾ ਉਹ ਗਾਮਿਆ ਉਰਾ ਤੂੰ ਸੁਣਿਆ ਕਿ ਭਾਈ ਤੁਹਾਂ ਸਾਈਆਂ ਨੇ ਆਪਣਾ 3 ਖੁਦਾ ਬਣਾ ਖੜੇ ਨੇ ਤੇ ਯਿਸੂ ਮਸੀਹ ਨੇ ਤੁਹਾਂ ਸੂਲੀ ਚਾੜ ਦਿੱਤਾ, ਖੁਦਾ ਹੋੜਾ ਸੂਲੀ ਤੇ ਚੜ ਸਕਦਾ ਵੇ। ਉਹ ਆਂਦਾ ਚੌਧਰੀ ਸਾਹਿਬ ਏਡੀਆਂ ਵੱਡੀਆਂ ਗੱਲਾਂ ਦਾ ਤੇ ਮੈਨੂੰ ਨਹੀਂ ਜੇ ਪਤਾ, ਪਰ ਮੈਨੂੰ ਇੱਕ ਸ਼ੈ ਦਾ ਪਤਾ ਵੇ, ਰਹੇਗਾ ਨਾ ਸਰਾ ਤੀਕਰ ਮਸੀਹ ਦਾ। This is how simple faith, ਏਡੀ ਵੱਡੀ ਡਿਬੇਟ ਜਾਂ ਥਿਓਲੋਜੀਕਲ ਡੈਪਥ ਸ਼ਾਇਦ ਉਹ ਨਾ ਜਾਣਦਾ ਹੋਏ, ਲੇਕਿਨ ਇੱਕ ਚੀਜ਼ ਇੰਪੋਰਟੈਂਟ ਸੀ ਕਿ ਜ਼ਬੂਰਾਂ ਨੇ ਲੋਕਾਂ ਨੂੰ, ਸਾਡੇ ਜਿਹੜੇ ਔਰਲ ਲਿਟਰੇਟ ਲੋਕ ਨੇ, ਉਹਨਾਂ ਦੇ ਈਮਾਨ ਨੂੰ ਬਹੁਤ ਜ਼ਿਆਦਾ ਮਜ਼ਬੂਤ ਕੀਤਾ ਵੇ ਔਰ ਉਹਨਾਂ ਦੇ ਈਮਾਨ ਨੂੰ ਕਾਇਮ ਰੱਖਿਆ ਵੇ ਅਗਲੀ ਜਨਰੇਸ਼ਨ ਦੇ ਵਿੱਚ। ਔਰ ਜ਼ਬੂਰ 72 ਦਾ ਜਿਹੜਾ ਜ਼ਬੂਰ ਹੈ, ਜਿਵੇਂ ਮੈਂ ਅੱਗੇ ਜ਼ਿਕਰ ਕੀਤਾ ਵੇ ਕਿ ਦਿਸ ਇਜ਼ ਅ ਪਾਵਰਫੁਲ ਖੁਦਾਵੰਦ ਯਿਸੂ ਮਸੀਹ ਦਾ ਇਸ਼ਾਰਾ ਕਰਦਾ ਹੈ। ਲੇਕਿਨ ਦਿਲਚਸਪ ਗੱਲ ਹੈ ਕਿ ਜਦੋਂ ਅਸੀਂ ਜ਼ਬੂਰ 72 ਨੂੰ ਪੜ੍ਹਦੇ ਹਾਂ ਤੇ ਜਿਹੜਾ ਇੰਟਰਸਟਿੰਗ ਗੱਲ ਹੈ ਨਾ, ਪੂਰੇ ਨਿਊ ਟੈਸਟਾਮੈਂਟ ਦੇ ਵਿੱਚ ਕਿਤਲੇ ਵੀ ਐਜ਼ ਜ਼ਬੂਰ ਨੂੰ ਐਜ਼ ਅ ਮਿਜ਼ਾਨਿਕ ਪ੍ਰੋਮਿਸ ਕਿਸੇ ਯੂਜ਼ ਨਹੀਂ ਕੀਤਾ, ਨਾ ਇੰਜੀਲਾਂ 'ਚ ਕਿਸੇ ਯੂਜ਼ ਕੀਤਾ ਤੇ ਨਾ ਖਤਾਂ ਕਿਤੇ ਯੂਜ਼ ਕੀਤਾ। ਤੇ ਅਸੀਂ ਐਜ਼ ਅ ਕ੍ਰਿਸਚਨ ਹੁੰਦਿਆਂ ਹੋਇਆਂ ਅਸੀਂ ਸ਼ੋਰ ਪਾਇਆ ਹੋਇਆ ਵੇ ਕਿ ਜੀ ਇਟਸ ਅ ਮਿਜ਼ਾਨਿਕ ਸਾਮ ਔਰ ਜਨਾਬ ਹੈ ਯਿਸੂ ਮਸੀਹ ਦੀ ਬਾਦਸ਼ਾਹੀ ਪੇਸ਼ ਕਰਦਾ ਵੇ, ਲੇਕਿਨ ਓਰੀਜਨਲ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਦਿਸ ਇਜ਼ ਅ ਰਾਇਲ ਸਾਮ, ਮਤਲਬ ਇਟਸ ਅ ਰਾਇਲ ਕਿੰਗਸ਼ਿਪ ਸਾਮ, ਜਿਹਨੂੰ ਕਿ ਇਹ ਜਿਹੜੀ ਕੈਟਾਗਰੀ ਹੈ ਰਾਇਲ ਸਾਮ ਦੀ, ਇਹ ਕਿ 10 ਦੇ ਕਰੀਬ ਜ਼ਬੂਰ ਨੇ ਜਿਨ੍ਹਾਂ ਨੂੰ ਬੜਾ ਮਸ਼ਹੂਰ ਨਿਊ ਟੈਸਟਾਮੈਂਟ ਦੇ ਜ਼ਬੂਰਾਂ ਦੇ ਸਕਾਲਰ ਨੇ ਔਰ ਉਹਨਾਂ ਦਾ ਨਾਮ ਹੈ ਜੀ ਹਰਮਨ ਗੁਨਕਲ ਨੇ ਕੈਟਾਗਰੀ ਬਣਾਈ ਸੀ ਕਿ 10 ਜ਼ਬੂਰ ਨੇ ਜਿਨ੍ਹਾਂ ਨੂੰ ਅਸੀਂ ਜਿਹੜਾ ਵੇ ਨਾ ਪੇਸ਼ ਕਰਨੇ ਆ ਕਿ ਰਾਇਲ ਸਾਮ ਜਿਹਨਾਂ ਨੂੰ ਕਹਿੰਦੇ ਜਾਂ ਮਿਜ਼ਾਨਿਕ ਸਾਮ, ਯਿਸੂ ਮਸੀਹ ਦੀ ਐਜ਼ ਅ ਬਾਦਸ਼ਾਹ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ। ਸੋ ਪਹਿਲੀ ਚੀਜ਼ ਤੇ ਇਹ ਕਿ ਜਦੋਂ ਅਸੀਂ ਕਲਾਮ ਨੂੰ ਪੜ੍ਹਦੇ ਹਾਂ ਜੀ, ਇੱਕ ਬੜਾ ਇੰਪੋਰਟੈਂਟ ਜਿਹੜਾ ਇੱਕ ਰੋਲ ਹੈ ਹਰਮਨਿਊਟਿਕਲੀ, ਜਿਹਨੂੰ ਅਸੀਂ ਕਹਿੰਦੇ ਆ ਕਿ ਇੰਟਰਪ੍ਰੀਟੇਸ਼ਨ ਕਲਾਮ ਦੀ ਕਿਵੇਂ ਕਰਨੀ ਹੈ। ਬਹੁਤ ਸਾਰੇ ਲੋਕ ਮੁਖਤਲਿਫ ਐਂਗਲ ਲੈਂਦੇ ਨੇ। ਮੈਂ ਤੁਹਾਨੂੰ ਹਰ ਵਾਰੀ ਯਾਦ ਕਰਾਉਣਾ ਵਾ ਕਿ ਬਾਈਬਲ ਮੁਕੱਦਸ ਨੂੰ ਇੰਟਰਪ੍ਰੀਟ ਕਰਨ ਦੇ ਜਿਹੜੇ ਕਲਾਸੀਕਲ ਤਰੀਕਾਕਾਰ ਨੇ, ਦੇਰ ਵਰ 7 ਮੋਰ ਤਰੀਕਾਕਾਰ ਸਨ ਜਿਨ੍ਹਾਂ 'ਚ ਯੂਜ਼ ਹੁੰਦਾ ਸੀ। ਇੱਕ ਰਬੈਨਿਕਲ ਤਰੀਕਾਕਾਰ ਵੀ ਸੀ ਜਿਹੜਾ ਤੁਹਾਨੂੰ ਮੈਂ ਦੱਸਿਆ ਵੇ ਕਿ ਨੂਮੈਰੀਕਲ ਵੈਲਿਊ ਯੂਜ਼ ਕਰਦੇ ਹਨ ਰੈਬਾਈ, ਕਿ ਜੀ ਹਿਬਰੂ ਨੰਬਰ ਜਿਹੜੇ ਹਿਬਰੂ ਅਲਫਾਬੈਟ ਸੇ ਉਹਦੇ ਨੰਬਰਾਂ ਦੀ ਵੈਲਿਊ ਕਿੰਨੀ ਹੈ ਔਰ ਜਿਹੜੇ ਲਫ਼ਜ਼ ਦੇ ਵਿੱਚ ਜਿਹੜਾ ਵੀ ਹਰਫ ਹੁੰਦਾ ਸੀ, ਅਗਰ ਅਲਿਫ ਆਇਆ, ਬੇਤ ਆਇਆ, ਗੀਮਲ ਆਇਆ, ਦਾਲਤ ਆਇਆ ਵੇ, ਵਾਓ ਆਇਆ ਵੇ, ਜਿਹੜਾ ਵੀ ਹਰਫ ਆਇਆ ਵੇ ਉਹਦੀ ਨੂਮੈਰੀਕਲ ਵੈਲਿਊ ਕਿੰਨੀ ਹੈ ਔਰ ਨੂਮੈਰੀਕਲ ਵੈਲਿਊ ਦੇ ਬਾਅਦ ਉਹਦੀ ਇੰਟਰਪ੍ਰੀਟੇਸ਼ਨ ਕਰਦੇ ਹਨ, ਜਿਹੜੇ ਕਿ ਸਾਡੇ ਕ੍ਰਿਸਚੀਅਨ ਇੰਟਰਪ੍ਰੀਟੇਸ਼ਨ ਦੇ ਵਿੱਚ ਅਸੀਂ ਗ੍ਰੀਕ ਦੀ ਜਾਂ ਹਿਬਰੂ ਅਲਫਾਬੈਟਸ ਦੀ ਨੂਮੈਰੀਕਲ ਵੈਲਿਊ ਦੇ ਨਾਲ ਅਸੀਂ ਇੰਟਰਪ੍ਰੀਟੇਸ਼ਨ ਸਾਨੂੰ ਨਹੀਂ ਹੁੰਦੀ, ਨਾ ਸਾਨੂੰ ਸੈਮੀਨਾਰੀਆਂ ਦੇ ਵਿੱਚ ਸਿਖਾਈ ਜਾਂਦੀ ਹੈ। ਠੀਕ ਹੈ, ਸੋ ਇਸ ਲਈ ਅਸੀਂ ਉਸ ਪਾਸੇ ਨਹੀਂ ਜਾ ਰਹੇ। ਲੇਕਿਨ ਬਾਈਬਲ ਮੁਕੱਦਸ ਦੇ ਜਿਹੜੇ 2 ਮਸ਼ਹੂਰ ਬੜੇ ਸਕੂਲ ਸਨ ਪਹਿਲੀ 4 ਸਦੀਆਂ ਦੇ ਵਿੱਚ, ਜਿਹੜੇ ਕਿ ਨਿਊ ਟੈਸਟਾਮੈਂਟ ਨੂੰ ਅਪਰੂਵ ਕਰਦੇ ਹਨ ਔਰ ਉਹਦੀ ਇੰਟਰਪ੍ਰੀਟੇਸ਼ਨ ਕਿਵੇਂ ਕਰਦੇ ਹਨ। 2 ਸਕੂਲ ਸਨ ਜੀ। ਤੁਹਾਨੂੰ ਪਤਾ ਹੋਏਗਾ ਕਿ ਸਾਰਿਆਂ ਨਾਲੋਂ ਪਹਿਲੀ ਵਾਰੀ ਲਫ਼ਜ਼ ਕ੍ਰਿਸਚਨ ਜਾਂ ਮਸੀਹੀ ਨਵੇਂ ਅਹਿਦਨਾਮੇ ਦੇ ਵਿੱਚ ਰਸੂਲਾਂ ਦੀ ਅਮਾਲ ਵਿੱਚ ਇਸਤੇਮਾਲ ਹੋਇਆ। ਠੀਕ ਹੈ ਜੀ, ਔਰ ਰਸੂਲਾਂ ਦੇ ਅਮਾਲ ਦਾ ਜਿਹੜਾ ਵੇ ਨਾ ਆਪਣਾ 11ਵਾਂ ਤੇ 12ਵਾਂ ਬਾਬ, ਉੱਥੇ ਲਿਖਿਆ ਜੀ ਕਿ ਜਿਹੜੀ ਕਲੀਸਿਆ ਯਰੂਸ਼ਲਮ ਦੇ ਵਿੱਚ ਸਤਾਈ ਗਈ ਨਾ, ਜਦੋਂ ਸਟੀਫਨਸ ਨੂੰ ਜਦੋਂ ਸ਼ਹੀਦ ਕੀਤਾ ਗਿਆ ਤੇ ਲੋਕੀ ਨੱਠ ਗਏ ਮੁਖਤਲਿਫ ਇਲਾਕਿਆਂ ਦੇ ਵਿੱਚ। ਠੀਕ ਹੈ, ਉੱਥੋਂ ਯਰੂਸ਼ਲਮ ਦੇ ਜਿਹੜੇ ਯੂਨਾਨੀ ਸਪੀਕਿੰਗ, ਗ੍ਰੀਕ ਸਪੀਕਿੰਗ ਜਿਹੜੇ ਕ੍ਰਿਸਚਨ ਸਨ ਉਹ ਨੱਠ ਗਏ ਉੱਥੋਂ। ਉਹ ਜਦੋਂ ਨੱਠੇ ਨੇ ਤੇ ਲਿਖਿਆ ਜੀ ਕਿ ਜਿਹੜੇ ਮਸੀਹ ਆਏ ਸਨ ਨਾ ਅੰਤਾਕੀਆ, ਐਂਟੀਓਕ,
ਅੰਤਾਕੀਆ ਦੇ ਵਿੱਚ ਆ ਕੇ ਤੇ ਉਹਨਾਂ ਕਲੀਸਿਆ ਕਾਇਮ ਕੀਤੀ ਔਰ ਉੱਥੇ ਪਹਿਲੀ ਵਾਰੀ ਕਿਉਂਕਿ that was a multicultural multilinguistic context ਯਰੂਸ਼ਲਮ ਕੀ ਸੀ that was mono context ਕਿਉਂਕਿ ਸਾਰੇ ਯਹੂਦੀ ਹੈਕਲ ਉੱਥੇ ਹਿਬਰੂ ਸਪੀਕਿੰਗ ਸਾਰੇ ਦੇ ਸਾਰੇ ਸੋ ਉੱਥੇ ਦੇ ਮੋਨੋ ਕਲਚਰ ਸੀ ਲੇਕਿਨ ਜਿਵੇਂ ਅੰਤਾਕੀਆ ਹੈ ਅੰਤਾਕੀਆ was like a Los Angeles ਅੰਤਾਕੀਆ was like a USA or the city any international city ਕਿ ਜਿੱਥੇ ਲੋਕ ਬੜੀ ਕੌਮਾਂ ਤੋਂ ਬੜੇ ਦੁਨੀਆ ਤੋਂ ਲੋਕ ਆਉਂਦੇ ਹਨ ਪਹਿਲੀ ਵਾਰੀ ਉੱਥੇ ਮਸੀਹ ਆ ਗਿਆ ਜਿਹਦੀ ਵਜ੍ਹਾ ਦੇ ਨਾਲ ਐਂਟੀਓਕ was the crossroad of the global Christianity so ਪਹਿਲਾ ਸਕੂਲ ਜਿਹੜਾ ਇੰਟਰਪ੍ਰੀਟੇਸ਼ਨ ਦਾ ਕਾਇਮ ਹੋਇਆ ਨਵੇਂ ਏਧਨਾਮੇ ਦੀ ਉਹ ਕਾਇਮ ਹੋਇਆ ਜੀ ਐਂਟੀਓਕ ਦੇ ਵਿੱਚ ਜਿੱਥੇ ਉਹਨਾਂ ਕਲਾਮ ਨੂੰ ਇੰਟਰਪ੍ਰੀਟ ਕੀਤਾ ਠੀਕ ਹੈ ਔਰ ਐਂਟੋਕੀਅਨ ਜਿਹੜਾ ਸਕੂਲ ਸੀ ਨਾ ਉਹਨਾਂ ਨੇ ਕਲਾਮ ਨੂੰ ਇੰਟਰਪ੍ਰੀਟ ਕਰਨ ਦੀ ਜਿਹੜੀ ਥਿਊਰੀ ਦਿੱਤੀ ਜਿਹਨੂੰ ਅਸੀਂ ਕਨਸੈਪਟ ਕਹਿੰਦੇ ਆ ਉਹਦਾ ਨਾਮ ਰੱਖਿਆ ਥਿਊਰੀਆ ਠੀਕ ਹੈ ਜੀ ਇਟਸ ਅ ਗ੍ਰੀਕ ਵਰਡ ਐਕਚੁਅਲੀ ਬਾਈ ਦਾ ਵੇ ਲਵ ਥਿਊਰੀ ਜਿਹੜਾ ਨਾ ਇਟਸ ਅ ਗ੍ਰੀਕ ਵਰਡ ਇਟਸ ਅ ਥਿਊਰੀਆ ਔਰ ਉਹਦਾ ਮਾਡਲ ਉਹਨਾਂ ਦਿੱਤਾ ਉਹਨਾਂ ਨੂੰ ਨਾਂ ਦਿੱਤਾ ਜੀ ਐਂਟੀਓਕਨਿਸ ਮਾਡਲ ਔਰ ਉਹਦੇ ਵਿੱਚ ਕੀ ਕਰਦੇ ਹਨ ਐਂਟੀਓਕਨਿਸ ਮਾਡਲ ਜਿਹੜਾ ਸੀ ਉਹ ਕਲਾਮ ਨੂੰ ਪੜ੍ਹਦਾ ਸੀ ਉਹਦੇ ਹਿਸਟੋਰੀਕਲ ਤਾਰੀਖੀ ਤੌਰ ਤੇ ਕੀ ਲਿਖਿਆ ਹੋਵੇ ਐਥੀਕਲ ਉਹਦੀ ਮੋਰੈਲਿਟੀ ਕੀ ਹੈ ਟੈਕਸਟ ਦੀ ਉਹਦੇ ਬਾਅਦ ਸਟ੍ਰੇਟ ਫਾਰਵਰਡ ਔਰ ਰੈਸ਼ਨਲ ਕਿ ਜੀ ਦਿਮਾਗ ਨੂੰ ਕਿਵੇਂ ਪੜ੍ਹਦਾ ਹੋਵੇ ਰਾਦਰ ਦੈਨ ਕਿ ਜੀ ਤੁਸੀਂ ਦੀ ਹੋਰ ਸਕ੍ਰਿਪਚਰ ਟੈਕਸਟ ਦੀ ਕਿਵੇਂ ਕਰਦੇ ਹੋ ਅੱਛਾ ਉਹਦੇ ਮੁਕਾਬਲੇ ਜਿਹੜਾ ਸੀ ਨਾ ਅਲੈਗਜ਼ੈਂਡਰੀਅਨ ਦਾ ਸਕੂਲ ਸੀ ਸੋ ਦੋ ਮਸ਼ਹੂਰ ਸਕੂਲ ਸਨ ਪਹਿਲੀ 4 ਸਦੀਆਂ ਦੇ ਵਿੱਚ ਪਹਿਲਾਂ ਮੈਂ ਕਿਹੜਾ ਦੱਸਿਆ ਐਂਟੀਓਕਨਿਸ ਠੀਕ ਹੈ ਦੂਸਰਾ ਸੀ ਅਲੈਗਜ਼ੈਂਡਰੀਅਨ ਅੱਛਾ ਹੁਣ ਅਲੈਗਜ਼ੈਂਡਰੀਅਨ ਜਿਹੜਾ ਸਕੂਲ ਸੀ ਨਾ ਅਲੈਗਜ਼ੈਂਡਰੀਆ ਤੁਹਾਨੂੰ ਪਤਾ ਮਿਸਰ ਵਿੱਚ ਸੀ ਠੀਕ ਹੈ ਔਰ ਅਲੈਗਜ਼ੈਂਡਰੀਆ ਉੱਥੇ ਸੀ ਕਾਇਮ ਹੋਇਆ ਉੱਥੇ ਸੀ ਜਿਊਇਸ਼ ਲੋਕਾਂ ਦਾ ਅਸਰ ਕਿਉਂਕਿ ਪੂਰੇ ਪੁਰਾਣੇ ਏਧਨਾਮੇ ਦਾ ਜਿਹੜਾ ਅਸੀਂ ਸੈਪਟੁਐਜੈਂਟ ਤਰਜਮਾ ਸੀ ਪੜ੍ਹਦੇ ਆ ਉਹ ਪਹਿਲੀ ਵਾਰੀ ਅਲੈਗਜ਼ੈਂਡਰੀਆ ਹੋਇਆ ਸੋ ਅਲੈਗਜ਼ੈਂਡਰੀਆ ਵਾਸ ਅਨਦਰ ਬਿਗ ਕ੍ਰਿਸਚੀਅਨ ਏਰੀਆ ਸੀ ਅਲੈਗਜ਼ੈਂਡਰੀਅਨ ਦੇ ਉੱਤੇ ਜ਼ਿਆਦਾ ਜਿਹੜਾ ਇਨਫਲੂਐਂਸ ਸੀ that was Jewish interpretation ਦਾ ਅੱਛਾ ਉਹ ਕਿਵੇਂ ਕਰਦੇ ਹਨ ਉਹਦੇ ਬਾਰੇ ਕਿਹਾ ਜੀ Alexandrian school used the allegorical method of interpreting scripture allegorical ਦਾ ਮਤਲਬ ਕਿ ਜੀ ਹਰ ਸ਼ੈ ਦੇ ਵਿੱਚੋਂ ਰੂਹਾਨੀ ਮਤਲਬ ਕੱਢਣਾ ਅਸਲ ਟੈਕਸਟ ਨਹੀਂ ਪੜ੍ਹਨਾ ਕੀ ਹੈ ਉਹਦੇ ਵਿੱਚੋਂ ਕੋਈ ਰੂਹਾਨੀ ਮਤਲਬ ਕਰਨਾ ਅੱਛਾ ਜੀ ਨਹੀਂ ਜੀ ਇਹ ਮਤਲਬ ਲਿਖਿਆ ਨਾ ਇਹ ਨਹੀਂ ਹੈ ਇਹ ਕਿਸੇ ਹੋਰ ਪਾਸੇ ਇਸ਼ਾਰਾ ਕਰਨ ਦੇ ਆਵੇ ਇਹਦਾ ਅਸਲ ਮਤਲਬ ਇਹ ਨਹੀਂ ਹੈ ਅਸਲ ਵਿੱਚ ਇੰਜ ਦੀ ਗੱਲ ਕਰਨ ਦੇ ਆਵੇ ਠੀਕ ਹੈ ਸੋ ਕੀ ਫਰਕ ਅਸਾਂ ਵੇਖਿਆ ਜੀ ਐਂਟੀਓਕਨਸ ਜਿਹੜਾ ਸੀ ਉਹ ਕਿਹੜਾ ਸਕੂਲ ਸੀ ਡਾਇਰੈਕਟ ਰੈਸ਼ਨਲ ਹਿਸਟੋਰੀਕਲ ਟੈਕਸਟ ਕੀ ਕਹਿ ਰਿਹਾ ਠੀਕ ਹੈ ਜਦ ਕਿ ਜਿਹੜਾ ਅਲੈਗਜ਼ੈਂਡਰੀਅਨ ਸਕੂਲ ਸੀ ਉਹ ਕੀ ਕਹਿੰਦਾ ਸੀ ਕਿ ਜੀ ਟੈਕਸਟ ਹੀ ਪੜ੍ਹਨ ਤੇ ਡਏ ਹੋ ਲੇਕਿਨ ਟੈਕਸਟ ਦੇ ਥੱਲੇ ਲੇਅਰਸ ਨੇ ਸੋ ਤੁਸੀਂ ਜਦੋਂ ਪਹਿਲੀ ਲੇਅਰ ਖੋਲਦੇ ਹੋ ਪਿਆਜ਼ ਦੇ ਗੰਢੇ ਵਾਂਗੂ ਥੱਲੇ ਇੱਕ ਹੋਰ ਲੇਅਰ ਹੈ ਤੁਸੀਂ ਜਦੋਂ ਉਤਲੀ ਲੇਅਰ ਖੋਲਦੇ ਹੋ ਉਹਦੇ ਥੱਲੇ ਇੱਕ ਹੋਰ ਲੇਅਰ ਹੈ ਠੀਕ ਹੈ ਸੋ ਉਹ ਕਹਿੰਦੇ ਹਨ ਕਿ ਜੀ ਇਟਸ ਅ ਲੇਅਰ ਬਾਈ ਲੇਅਰ ਵੈਨ ਯੂ ਐਂਟਰ ਇਨ ਦਾ ਸਕ੍ਰਿਪਚਰਲ ਟੈਕਸਟ ਅੱਜ ਵੀ ਦੁਨੀਆ ਦੇ ਵਿੱਚ ਦੋਵੇਂ ਹੀ ਇੰਟਰਪ੍ਰੀਟੇਸ਼ਨ ਪਾਈਆਂ ਜਾਂਦੀਆਂ ਨੇ ਲੇਕਿਨ ਜ਼ਬੂਰ 72 ਦੇ ਮਾਮਲੇ ਦੇ ਵਿੱਚ ਜਿਹੜਾ ਵੇ ਨਾ ਉਹ ਮੇਰੇ ਅਜ਼ੀਜ਼ੋ ਅਸੀਂ ਵੇਖਦੇ ਆ ਕਿ ਜਦੋਂ ਅਸੀਂ ਇਹਨੂੰ ਹਿਸਟੋਰੀਕਲ ਕੰਟੈਕਸਟ ਵਿੱਚ ਪੜ੍ਹਦੇ ਆ ਤੇ ਇਹਦਾ ਯਿਸੂ ਮਸੀਹ ਦੀ ਜ਼ਾਤ ਦੇ ਨਾਲ ਕੋਈ ਤਾਲੁਕ ਨਹੀਂ ਵਾਈ ਬਿਕਾਜ਼ that was written ਜਿਵੇਂ ਇਹਦਾ ਸਰਨਾਮਾ ਲਿਖਿਆ ਸੁਲੇਮਾਨ ਕਾ ਮਜ਼ਮੂਰ ਐਕਚੁਅਲੀ ਸਾਡੇ ਕੋਲ ਉਰਦੂ ਤਰਜਮਾ ਲਿਖਿਆ ਸੁਲੇਮਾਨ ਕਾ ਮਜ਼ਮੂਰ ਤੁਹਾਡੇ ਕੋਲ ਪੰਜਾਬੀ ਚ ਕੀ ਲਿਖਿਆ ਜੀ ਤੇ ਹਿੰਦੀ ਚ ਕੀ ਲਿਖਿਆ ਸਿਸਟਰ ਰੀਨਾ ਪੜ੍ਹਿਓ ਜ਼ਰਾ ਉੱਤੇ ਜਿਹੜਾ ਇੰਟਰੋਡਕਸ਼ਨ ਜਿਹੜਾ ਵੇ ਸੁਲੇਮਾਨ ਕਾ ਗੀਤ ਸੁਲੇਮਾਨ ਕਾ ਗੀਤ ਪੰਜਾਬੀ ਚ ਕੀ ਹੈ ਜੀ ਅੰਕਲ ਜੀ ਸੱਚੇ ਪਾਤਸ਼ਾਹ ਦਾ ਰਾਜ ਸੱਚੇ ਬਾਦਸ਼ਾਹ ਦਾ ਰਾਜ ਠੀਕ ਹੈ ਵੇਖਿਆ ਨਾ ਸੋ ਸੁਲੇਮਾਨ ਕਾ ਮਜ਼ਮੂਰ ਜਾਂ ਇਹਦਾ ਇੱਕ ਤਰਜਮਾ ਹੋਰ ਵੀ ਹੈ ਸੁਲੇਮਾਨ ਕੇ ਲਈ ਮਜ਼ਮੂਰ ਓਕੇ ਬਿਕਾਜ਼ ਸਕਾਲਰਸ ਆਰ ਡਿਬੇਟਿੰਗ ਕਿ ਜੀ ਐਕਚੁਅਲੀ ਸੁਲੇਮਾਨ ਨੇ ਲਿਖਿਆ ਵੇ ਕਿ ਜਾਂ ਦਾਊਦ ਬਾਦਸ਼ਾਹ ਨੇ ਆਪਣੇ ਆਉਣ ਵਾਲੇ ਜਿਹੜੇ ਨਸਲਾਂ ਦੇ ਜਿਹੜੇ ਬਾਦਸ਼ਾਹ ਬਣਨਗੇ ਉਹਨਾਂ ਵਾਸਤੇ ਦੁਆ ਲਈ So scholars are divided ne कि whether it's written by Solomon or it's written for Solomon ठीक है so ਅਸੀਂ ਇਹਨੂੰ ਦੋਵਾਂ ਹਿੱਸਿਆਂ ਚ ਲੈ ਸਕਦੇ ਹਾਂ ਓਕੇ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਅਗਰ ਵੇਖਿਆ ਜਾਏ ਤੇ this is ਜਿਵੇਂ ਮੈਂ ਅੱਗੇ ਦੱਸਿਆ ਵੇ ਹਰਮਨ ਗੁਨਕਲ ਨੇ ਇਹਨੂੰ ਨਾਂ ਦਿੱਤਾ ਰਾਇਲ ਔਰ ਕਿੰਗਸ਼ਿਪ ਸਾਮ 10 ਜ਼ਬੂਰ ਹੋਰ ਨੇ ਮੈਂ ਤੁਹਾਨੂੰ ਸਿਰਫ ਜ਼ਬੂਰਾਂ ਦੇ ਨੰਬਰ ਦੱਸਣ ਲੱਗਾ ਅੱਜ ਅਸੀਂ ਪੜਾਂਗੇ ਨਹੀਂ ਔਰ ਰਾਇਲ 10 ਜ਼ਬੂਰ ਹੋਰ ਕਿਹੜੇ ਕਿਹੜੇ ਨੇ ਜ਼ਬੂਰ ਨੰਬਰ 2 ਜ਼ਬੂਰ ਨੰਬਰ 18 ਜ਼ਬੂਰ ਨੰਬਰ 20 ਜ਼ਬੂਰ ਨੰਬਰ 21 ਜ਼ਬੂਰ ਨੰਬਰ 45 ਜ਼ਬੂਰ 72 ਜਿਹੜਾ ਅਸੀਂ ਪੜ੍ਹਨ ਰਹੇ ਆ ਜ਼ਬੂਰ ਨੰਬਰ 101 ਜ਼ਬੂਰ ਨੰਬਰ 110 ਤੇ ਜ਼ਬੂਰ ਨੰਬਰ 144 ਇਹ 10 ਜ਼ਬੂਰ ਨੇ ਜਿਨ੍ਹਾਂ ਨੂੰ ਕੈਟੇਗੋਰਿਕਲੀ ਕਿਹਾ ਗਿਆ ਜੀ ਕਿ these refer to the divine kingship ਖੁਦਾ ਦੇ ਬਾਦਸ਼ਾਹ ਨੂੰ ਖੁਦਾ ਦੀ ਹਕੂਮਤ ਨੂੰ ਖੁਦਾ ਦੇ ਇਖਤਿਆਰ ਨੂੰ ਪੇਸ਼ ਕਰਦੇ ਨੇ ਸੁਲੇਮਾਨ ਕੌਣ ਸੀ ਕਿੱਥੋਂ ਆਇਆ ਔਰ ਜਨਾਬ ਇਹਦਾ ਤਾਰੀਖ ਕੀ ਹੈ so let's go first introduce and let's meet Solomon ਪਹਿਲਾ ਵਾਲਾ ਪੜਾਂਗੇ ਜੀ ਸੁਲੇਮਾਨ ਦਾ ਜ਼ਰਾ ਅਗਰ ਤੁਸੀਂ ਪੜੋ ਕੱਢੋ ਕੋਈ ਵੀ ਸੈਮੂਅਲ ਦੀ ਦੂਸਰੀ ਕਿਤਾਬ ਉਹਦਾ 12ਵਾਂ ਬਾਬ ਤੇ 24 ਤੋਂ 25 ਆਇਤ ਸੈਮੂਅਲ ਦੀ ਦੂਸਰੀ ਕਿਤਾਬ 12ਵਾਂ ਬਾਬ
24 ਤੇ 25 ਆਇਤ। ਜਿਹੜਾ ਕੱਢ ਲੈ ਜੀ ਹਵਾਲਾ ਜਰਾ ਪੜ੍ਹ ਕੇ ਦੱਸ ਦੇ। ਤੇ ਦੂਜਾ ਜਣਾ ਕੱਢ ਲਏ ਪਹਿਲਾ ਸਲਾਤੀਨ ਜਾਂ ਫਸਟ ਕਿੰਗਸ ਪਹਿਲੇ ਬਾਬ 11ਵੇਂ ਬਾਬ ਦੀ ਜਿਹੜੀ ਹੈ ਨਾ ਆਪਣਾ 11ਵੇਂ ਬਾਬ ਦੀ ਕਿਹੜੀ ਆਇਤ ਹੈ ਪਹਿਲਾ ਸਲਾਤੀਨ 11ਵੇਂ ਬਾਬ ਦੀ ਜਨਾਬ ਸੈਮੂਅਲ 12 ਦੀ ਕਿੰਨੀ? ਹਾਂਜੀ ਹਾਂਜੀ 11ਵੇਂ ਬਾਬ ਦੀ 41 ਤੇ 42 ਸੋ ਦੋ ਵਾਲੇ ਨੇ। ਪਹਿਲਾ ਰੈਫਰੈਂਸ ਹੈ ਸੈਮੂਅਲ ਦੀ ਦੂਸਰੀ ਕਿਤਾਬ ਉਹਦਾ 12 ਬਾਬ 24 ਤੇ 25 ਆਇਤ। ਇੱਥੇ ਸੁਲੇਮਾਨ ਦੀ ਪੈਦਾਇਸ਼ ਦਾ ਜ਼ਿਕਰ ਹੈ। ਔਰ ਜਿਹੜਾ ਪਹਿਲਾ ਸਲਾਤੀਨ ਜਾਂ ਫਸਟ ਕਿੰਗਸ 11ਵੇਂ ਬਾਬ ਦੀ 41 42 ਆਇਤ ਹੈ ਉੱਥੇ ਸੁਲੇਮਾਨ ਦੀ ਵਫਾਤ ਦਾ ਜ਼ਿਕਰ ਹੈ, ਉਹਦੀ ਡੈਥ ਦਾ ਜ਼ਿਕਰ ਹੈ। ਸੋ ਪਹਿਲਾਂ ਪੈਦਾਇਸ਼ ਪੜ੍ਹਨੇ ਆ ਜੀ ਕਿ ਪੈਦਾ ਕਿੱਥੋਂ ਹੋਇਆ ਤੇ ਕਿਵੇਂ ਆਇਆ। ਹਾਂਜੀ ਹਵਾਲਾ ਦੱਸ ਕੇ ਪੜ੍ਹੋ ਜਿਹੜਾ ਪਹਿਲਾ ਸੈਮੂਅਲ ਉਹਦਾ 12ਵਾਂ ਬਾਬ ਤੇ 24 ਤੇ 25 ਸੈਕੰਡ ਸੈਮੂਅਲ ਸੈਕੰਡ ਸੈਮੂਅਲ ਸੌਰੀ ਹਾਂਜੀ चौबी आयत तो। हाँ जी और किसी और काट ले रहे पढ़ो अंकल जी तुम काट ले। हाँ जी हाँ जी पढ़ो जी। मैं नहीं जिन्हें कटिया वो पढ़ लें, मैं गलत कर गया थोड़ा। अच्छा जी। तब दाऊद ने अपनी पत्नी बदहोश को शांति दी और उसके पास गया और उसके एक पुत्र उत्पन्न हुआ और उसने उसका नाम सैमुअल रखा। ये यहोवा प्रिय हुआ। सुलेमान रखा जी। सुलेमान रखा। ये यहोवा का प्रिय हुआ और उसने नातान भविष्यवक्ता के द्वारा संदेश भेज दिया और उसने यहोवा का कारण उसका नाम यदिहा रखा। ओके थैंक यू जी। अंकल जी तुम अगर कढ़े जरा पंजाबी पढ़ियो की है। नहीं मैं नहीं अजे कढ़ पाया जी, मैं कुछ फंस गया ਆਪਣੇ। ਓਕੇ ਠੀਕ ਹੈ ਜੀ। ਸੋ ਸਟੋਰੀ ਐਵੇਂ ਜੀ ਕਿ ਸੈਕੰਡ ਸੈਮੂਅਲ ਦੇ ਵਿੱਚ ਅਸੀਂ ਪੜ੍ਹਦੇ ਹਾਂ। ਸਟੋਰੀ ਐਵੇਂ ਕਿ ਤੁਹਾਨੂੰ ਯਾਦ ਹੈ ਅਸਾਂ ਇੱਕ ਵਾਰ ਜਦੋਂ ਜ਼ਬੂਰ 51 ਪੜ੍ਹਿਆ ਸੀ ਤੇ ਜ਼ਬੂਰ 51 ਦੇ ਵਿੱਚ ਜਦੋਂ ਦਾਊਦ ਨੇ ਗੁਨਾਹ ਕੀਤਾ ਹੱਤੀ ਓਰੀਆ ਦੀ ਬੀਵੀ ਨੂੰ, ਜਦੋਂ ਉਹਨੇ ਉਹਨੂੰ ਆਪਣੇ ਘਰ ਬੁਲਾ ਲਿਆ, ਉਹਦੇ ਨਾਲ ਹਰਾਮਕਾਰੀ ਕੀਤੀ, ਹੱਤੀ ਓਰੀਆ ਨੂੰ ਕਤਲ ਕਰਾ ਦਿੱਤਾ। ਠੀਕ ਹੈ ਤੇ ਜਿਹੜਾ ਉਹਦੇ ਤੋਂ ਬੇਟਾ ਪੈਦਾ ਹੋਇਆ ਪਹਿਲਾ ਬਤਸਬਾ ਤੋਂ, ਉਸ ਹਰਾਮਕਾਰੀ ਦੇ ਨਤੀਜੇ ਦੇ ਵਿੱਚ ਨਾਤਨ ਨਬੀ ਗਿਆ, ਉਹਨੇ ਦਾਊਦ ਬਾਦਸ਼ਾਹ ਨੂੰ ਸਰਜ਼ਨਸ਼ ਕੀਤੀ। ਦਾਊਦ ਬਾਦਸ਼ਾਹ ਨੇ ਤੌਬਾ ਕੀਤੀ ਜਿਹਦਾ ਰਿਜ਼ਲਟ ਜ਼ਬੂਰ 51 ਸਾਡੇ ਕੋਲ ਹੈ। ਲੇਕਿਨ ਜਿਹੜਾ ਜਦੋਂ ਬਤਸਬਾ ਜਿਹੜੀ ਸੀ ਉਹ ਜਦੋਂ ਪ੍ਰੈਗਨੈਂਟ ਹੋ ਗਈ ਤੇ ਉਹ ਬੱਚਾ ਖੁਦਾ ਨੇ ਮਾਰ ਦਿੱਤਾ। ਦਾਊਦ ਨੇ ਬੜੇ ਰੋਜ਼ੇ ਰੱਖੇ, ਦਾਊਦ ਨੇ ਬੜੀ ਦੁਆ ਕੀਤੀ, ਲੇਕਿਨ ਖੁਦਾ ਨੇ ਨਾ ਸੁਣੀ ਔਰ ਉਹ ਚੂੰਕਿ ਗੁਨਾਹ ਦੀ ਪੈਦਾਇਸ਼ ਸੀ ਸੋ ਉਹ ਪਹਿਲਾ ਜਿਹੜਾ ਬੱਚਾ ਸੀ ਉਹ ਫੌਤ ਹੋ ਗਿਆ। ਇਹਦੇ ਬਾਅਦ ਜਦੋਂ ਦਾਊਦ ਨੇ ਤੌਬਾ ਕੀਤੀ, ਰੋਜ਼ੇ ਰੱਖੇ, ਖੁਦਾ ਕੋਲੋਂ ਮਾਫੀ ਮੰਗੀ ਹਿੱਤੀ ਓਰੀਆ ਦੇ ਕਤਲ ਦੀ ਔਰ ਬਤਸਬਾ ਦੇ ਨਾਲ ਹਰਾਮਕਾਰੀ ਦੀ ਮਾਫੀ ਮੰਗਣ ਤੋਂ ਬਾਅਦ ਜਦੋਂ ਖੁਦਾ ਦੁਬਾਰਾ ਉਹਨੂੰ ਬਹਾਲ ਕੀਤਾ ਤੇ ਅਸੀਂ ਵੇਖਦੇ ਹਾਂ ਕਿ 24 ਆਇਤ ਦੱਸਦੀ ਹੈ ਕਿ ਫਿਰ ਦਾਊਦ ਆਪਣੀ ਬੀਵੀ ਬਤਸਬਾ के पास गया। ठीक है जी। नाउ इट्स अ legit under God's covenant wedding। ठीक है सो ਦਾਊਦ ਤੌਬਾ ਕਰਕੇ ਬਹਾਲ ਹੋ ਗਿਆ ਵੇ। ਨਾਓ ਖੁਦਾ ਨੇ ਦੁਬਾਰਾ ਉਹਨੂੰ ਬਲੇਸਿੰਗ ਦਿੱਤੀ ਔਰ ਉਹਦਾ ਬੇਟਾ ਪੈਦਾ ਹੋਇਆ ਔਰ ਸੁਲੇਮਾਨ ਉਹਦਾ ਨਾਂ ਰੱਖਿਆ ਗਿਆ। ਸੇਮ ਔਰਤ ਤੋਂ, ਸੇਮ ਬਤਸਬਾ ਤੋਂ ਜਿਹੜਾ ਲੜਕਾ ਸੈਕੰਡ ਟਾਈਮ ਪੈਦਾ ਹੋਇਆ ਉਹਦਾ ਨਾਂ ਉਹਨੇ ਨਾਂ ਰੱਖਿਆ ਪੀਸ, ਸਲਾਮਤੀ ਦਾ ਸ਼ਹਜ਼ਾਦਾ। ਠੀਕ ਹੈ ਜੀ। ਸੁਲੇਮਾਨ ਦੇ ਨਾਂ ਦਾ ਮਤਲਬ ਕੀ ਹੈ? ਪ੍ਰਿੰਸ ਆਫ ਪੀਸ, ਸਲਾਮਤੀ ਦਾ ਸ਼ਹਜ਼ਾਦਾ, हे ਸ਼ਲੋਮੋ। ਠੀਕ ਹੈ ਜੀ। ਔਰ ਫਿਰ ਖੁਦਾ ਨੇ ਨਾਤਨ ਨਬੀ ਨੂੰ ਘੱਲਿਆ ਮੁਬਾਰਕਬਾਦ ਦੇਣ ਲਈ ਤੇ ਖੁਦਾ ਨੇ ਕਿਹਾ ਜੀ ਕਿ ਤੂੰ ਇਹਦਾ ਨਾਂ ਸੁਲੇਮਾਨ ਰੱਖਿਆ ਵੇ, ਲੇਕਿਨ ਤੂੰ ਖੁਦਾ ਦੀ ਖਾਤਰ ਇਹਦਾ ਨਾਂ ਕੀ ਰੱਖ ਹੁਣ? ਯਦੀਦਿਆ। ਇਹਦਾ ਮਤਲਬ ਹੈ ਜੀ ਕਿ ਇਹ ਖੁਦਾ ਦਾ ਮਹਿਬੂਬ ਹੋਏਗਾ, ਖੁਦਾ ਦਾ ਪਿਆਰਾ ਹੋਏਗਾ। ਇੰਟਰਸਟਿੰਗ। ਸੋ ਕਈ ਵਾਰੀ ਅਸੀਂ ਵੇਖਦੇ ਹਾਂ ਕਲਾਮ ਜਿਹੜਾ ਨਾ ਸਾਡੀ ਜਿਹੜੀ ਟ੍ਰੈਡੀਸ਼ਨਲ ਥਿੰਕਿੰਗ ਹੈ ਨਾ ਜਿਹੜੀ ਖੁਦਾ ਦੇ ਕਲਾਮ ਔਰ ਖੁਦਾ ਦੇ ਕੰਮਾਂ ਦੇ ਬਾਰੇ ਉਹਨੂੰ ਟੋਟਲੀ ਅਪਸਾਈਡ ਡਾਊਨ ਕਰ ਦਿੰਦਾ ਵੇ। ਠੀਕ ਹੈ ਤੇ ਅਸੀਂ ਬਾਅਦ ਔਕਤ ਖੁਦਾ ਦੇ ਕੰਮਾਂ ਨੂੰ, ਖੁਦਾ ਦੇ ਹੱਥਾਂ ਨੂੰ ਸਮਝ ਨਹੀਂ ਪਾਉਂਦੇ ਕਿ ਵੇਖੋ ਜਿਹੜੇ ਗੁਨਾਹ ਦੀ ਵਜ੍ਹਾ ਤੋਂ ਪਹਿਲਾ ਬੱਚਾ ਮਰ ਗਿਆ ਉਸੇ ਔਰਤ, ਉਸ ਰਿਲੇਸ਼ਨਸ਼ਿਪ ਦੇ ਵਿੱਚੋਂ ਖੁਦਾ ਨੇ ਸੁਲੇਮਾਨ ਬਾਦਸ਼ਾਹ ਪੈਦਾ ਕੀਤਾ ਔਰ ਉਹਨੂੰ ਖੁਦਾ ਨੇ ਕਿਹਾ ਜੀ ਮੇਰਾ ਮਹਿਬੂਬ, ਮੇਰਾ ਪਿਆਰਾ ਹੋਏਗਾ। ਉਹਦਾ ਨਾਂ ਖੁਦਾ ਨੇ ਕਿਹਾ ਮੇਰੀ ਖਾਤਰ ਤੂੰ ਇਹ ਰੱਖ ਦੇ। ਇੰਟਰਸਟਿੰਗਲੀ ਨਾਓ ਦਿਲਚਸਪ ਗੱਲ ਜਿਹੜੀ ਹੈ ਨਾ ਉਹ ਸੁਲੇਮਾਨ ਦੀ ਕਹਾਣੀ ਚ ਕੀ ਹੈ। ਅਗਰ ਤੁਸੀਂ ਪੜੋਗੇ ਨਾ ਹੁਣ ਪਹਿਲੇ ਸਲਾਤੀਨ ਦੀ ਪਹਿਲੇ ਬਾਬ ਤੋਂ ਲੈ ਕੇ ਤੇ 11ਵੀਂ ਬਾਬ ਤੱਕ, ਠੀਕ ਹੈ, ਉੱਥੇ ਪੂਰੀ ਦੀਆਂ ਪਹਿਲੇ 11 ਬਾਬ ਸੁਲੇਮਾਨ ਦੀ ਸਟੋਰੀ ਹੈ ਪੂਰੀ। ਠੀਕ ਹੈ। ਅੱਛਾ ਸੁਲੇਮਾਨ ਬਾਦਸ਼ਾਹ ਜਿਹੜਾ ਸੀ
ਉਹ ਸੀ, ਮੈਨੂੰ ਨਹੀਂ ਪਤਾ ਦਾਊਦ ਦੇ ਬਾਕੀ ਬੇਟਿਆਂ ਚ ਛੋਟਾ ਸੀ ਸਾਰਿਆਂ ਨਾਲੋਂ, ਵਿਚਕਾਰ ਸੀ ਜਾਂ ਵੱਡਾ ਸੀ, ਕੀ ਸੀ। ਦਾਊਦ ਦੀਆਂ ਕੋਈ 5-6 ਬੀਵੀਆਂ ਹਨ, ਤੁਹਾਨੂੰ ਪਤਾ ਹੈਗਾ ਬਾਦਸ਼ਾਹ ਉਸ ਦੌਰ ਦੇ ਵਿੱਚ ਹਰਮਾਂ ਵੀ ਹੁੰਦੀਆਂ ਹਨ, ਬੀਵੀਆਂ ਵੀ ਹੁੰਦੀਆਂ ਸਨ ਉਸ ਦੌਰ। ਦੈਟ ਵਾਜ਼ ਅ ਕਲਚਰਲ ਕੰਟੈਕਸਟ। ਲੇਕਿਨ ਦਾਊਦ ਦੇ ਕੋਲ 18 ਬੇਟੇ ਹਨ, ਠੀਕ ਹੈ। ਤੇ ਉਹਦੇ ਬਾਅਦ ਮੇਰੇ ਖਿਆਲ 'ਚ 1 ਜਾਂ 2 ਜਾਂ ਮੇਰੇ ਖਿਆਲ 2 ਜਾਂ 3 ਬੇਟੀਆਂ ਵੀ ਸਨ, ਲੇਕਿਨ ਪਿਓ ਇੱਕ ਹੀ ਸੀ, ਲੇਕਿਨ ਬੀਵੀਆਂ ਫਰਕ ਸਨ, ਠੀਕ ਹੈ। ਸੋ ਦਿਲਚਸਪ ਗੱਲ ਹੈ ਵੀ ਜਦੋਂ ਅਸੀਂ ਪਹਿਲੇ ਬਾਬ ਪਹਿਲਾ ਸਲਾਤੀਨ ਪਹਿਲੇ ਬਾਬ ਦੀ ਆਇਤ ਪੜ੍ਹਦੇ ਹਾਂ, ਦਾਊਦ ਜਦੋਂ ਬੁੱਢਾ ਹੋ ਗਿਆ, ਲਿਖਿਆ ਕੋਹਨਸਾਲ ਹੋ ਗਿਆ, ਤੇ ਉਹਦੇ ਬੇਟਾ ਜਿਹੜਾ ਵੱਡਾ ਸੀ ਨਾ ਅਬੀਸਲੋਮ ਨੇ ਕਿਹਾ ਜੀ ਮੈਂ ਪਹਿਲਾਂ ਉਠਾਵਾਂ ਤੇ ਵਾਰੀ ਤੇ ਮੇਰੀ ਹੈ, ਅੱਬਾ ਮਰੇਗਾ ਤੇ ਤਖਤ ਕਿਹਦੇ ਕੋਲ ਆਏਗਾ, ਤਖਤ ਮੇਰੇ ਕੋਲ, ਠੀਕ ਹੈ। ਤੇ ਅੱਬਾ ਮਰਨ ਨਹੀਂ ਡਿਆ ਹੁਣ। ਉਧਰੋਂ ਅਬੀਸਲੋਮ ਨੇ ਕਿਹਾ ਕਿ ਜੀ ਇਹ ਕੰਮ ਖਰਾਬ ਹੈ, ਕੰਮ ਲੇਟ ਹੋ ਜਾਣਾ ਮੈਂ। ਉਹਨੇ ਆਪਣੇ ਬਾਪ ਦੀ ਜ਼ਿੰਦਗੀ ਦੇ ਵਿੱਚ ਹੀ ਉਹਨੇ ਬਗਾਵਤ ਕਰ ਦਿੱਤੀ, ਠੀਕ ਹੈ। ਦਾਊਦ ਨੂੰ ਨੱਠਣਾ ਪੈ ਗਿਆ, ਲੇਕਿਨ ਅਲਟੀਮੇਟਲੀ ਹੀ ਗੇਨ ਬੈਕ। ਜਦੋਂ ਵਾਪਸ ਆਇਆ ਵੇ, ਜਦੋਂ ਬੁੱਢਾ ਹੋ ਗਿਆ ਪਹਿਲੇ ਬਾਪ ਦੀ ਪਹਿਲਾ ਸਲਾਤੀਨ ਦੇ ਵਿੱਚ, ਤੇ ਫਿਰ ਹੁਣ ਸ਼ੁਰੂ ਹੋ ਗਈ ਕਹਾਣੀਆਂ ਕਿ ਜੀ ਹੁਣ ਤੇ ਬਾਦਸ਼ਾਹ ਮਰਨ ਵਾਲਾ ਵੇ ਤੇ ਹੁਣ ਕੌਣ ਬਾਦਸ਼ਾਹ ਬਣੇਗਾ, ਠੀਕ ਹੈ। ਤੇ ਸੁਲੇਮਾਨ ਦੀ ਜਿਹੜੀ ਆਪਣਾ ਬਾਦਸ਼ਾਹ ਦੀ ਜਿਹੜੀ ਹੈ ਨਾ ਪਲੈਨਿੰਗ ਕਮੇਟੀ, ਉਹਨਾਂ ਨੇ ਪੁੱਛਿਆ ਕਿ ਜੀ ਕਿਹਨੂੰ ਬਣਾਇਆ ਜਾਏਗਾ ਬਾਦਸ਼ਾਹ। ਸੋ ਦਾਊਦ ਬਾਦਸ਼ਾਹ ਨੇ ਸੁਲੇਮਾਨ ਦਾ ਨਾਮ ਤਜਵੀਜ਼ ਕੀਤਾ ਕਿ ਜੀ ਮੇਰੇ ਮਰਨ ਤੋਂ ਬਾਅਦ ਜਿਹੜਾ ਬਾਦਸ਼ਾਹ ਬਣੇਗਾ ਬਨੀ ਇਸਰਾਇਲ ਦਾ, ਕੌਣ ਬਣੇਗਾ, ਉਹ ਸੁਲੇਮਾਨ ਬਣੇਗਾ। So that's the whole story। ਤੁਸੀਂ ਵੇਖਦੇ ਆ ਕਿ ਖੁਦਾ ਨੇ ਸੁਲੇਮਾਨ ਨੂੰ ਬੜੀ ਬਰਕਤ ਦਿੱਤੀ। ਅਸਾਂ ਲਾਸਟ ਟਾਈਮ ਪੜ੍ਹਿਆ ਸੀ ਕਿ ਉਹਦੇ ਵਰਗੀ ਹਿਕਮਤ ਔਰ ਦਨਾਈ ਔਰ ਉਹਦੀਆਂ ਮਸਲਾਂ ਔਰ ਉਹਦੇ ਜਿਹਨੂੰ ਖੁਦਾ ਨੇ ਉਹਨੂੰ ਅਕਲ ਦਿੱਤੀ। ਖੁਦਾ 2 ਵਾਰੀ ਉਹਦੇ ਨਾਲ ਉਹਦੇ ਤੇ ਹਾਜ਼ਰ ਹੋਇਆ, ਯਾਨੀ ਖੁਦਾ ਨੇ ਨਾ ਸਿਰਫ ਉਹਨੂੰ ਚੁਣਿਆ ਸੁਲੇਮਾਨ ਨੂੰ, ਬਲਕਿ ਖੁਦਾ ਨੇ ਦਾਊਦ ਨੂੰ ਆਖਿਆ ਤੂੰ ਮੇਰਾ ਘਰ ਵੀ ਨਹੀਂ ਬਣਾਏਗਾ, ਘਰ ਵੀ ਮੇਰਾ ਕੌਣ ਬਣਾਏਗਾ, ਸੁਲੇਮਾਨ ਬਣਾਏਗਾ। ਉਹ ਅਸੀਂ ਵੇਖਦੇ ਆ ਕਿ ਪਹਿਲੀ ਹੈਕਲ ਜਿਹੜੀ ਹੈ ਉਹ ਵੀ ਕਿਹਨੇ ਬਣਾਈ, ਉਹ ਵੀ ਸੁਲੇਮਾਨ ਨੇ ਬਣਾਈ, ਠੀਕ ਹੈ। ਸੁਲੇਮਾਨ ਦੇ ਦੌਰ ਦੇ ਵਿੱਚ ਕਿਸੇ ਕਿਸਮ ਦੀ ਕੋਈ ਲੜਾਈ ਕੋਈ ਜੰਗ ਨਹੀਂ ਹੋਈ। ਜਿਵੇਂ ਮੈਂ ਦੱਸਿਆ ਵੇ ਬਾਈਬਲ ਦੱਸਦੀ ਹੈ ਜੀ, ਸੁਲੇਮਾਨ ਦੀ ਬਾਇਓ ਦੱਸਦੀ ਹੈ ਕਿ ਸੁਲੇਮਾਨ ਦੀਆਂ 300 ਹਰਮਾਂ ਤੇ 700 ਸ਼ਹਜ਼ਾਦੀਆਂ। ਆਖਰੀ ਬੀਵੀ ਜਿਹੜੀ ਉਹਨੇ ਵਿਆਹੀ ਸੀ ਉਹ ਮਿਸਰੀ ਸੀ, ਲੇਕਿਨ ਟ੍ਰੈਜਡੀ ਸਟੋਰੀ ਦੀ ਹੈ ਵੇ ਕਿ ਉਹ ਜਿੰਨੀਆਂ ਮੁਖਤਲਿਫ ਕੌਮਾਂ ਤੋਂ ਮੁਖਤਲਿਫ ਬੈਕਗਰਾਉਂਡ ਤੋਂ ਜਿੰਨੀਆਂ ਰਾਣੀਆਂ ਤੇ ਜਿੰਨੀਆਂ ਮਲਕਾਂ ਬਣੀਆਂ, ਉਹ ਸਾਰੇ ਦਾ ਸਾਰਾ ਕਲਾਮ ਵਿੱਚ ਲਿਖਿਆ ਵੇ ਉਹਦਾ ਦਿਲ ਖੁਦਾ ਤੋਂ ਕੀ ਕਰ ਦਿੱਤਾ, ਫੇਰ ਦਿੱਤਾ। ਔਰ ਯੂੰ 13ਵੇਂ ਬਾਬ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਸੁਲੇਮਾਨ ਦਾ ਦਿਲ ਜਿਹੜਾ ਵੇ ਨਾ ਖੁਦਾ ਤੋਂ ਕੀ ਹੋ ਗਿਆ, ਫਿਰ ਗਿਆ। ਅਖੀਰ ਉਮਰ ਦੇ ਵਿੱਚ ਖੁਦਾ ਨੇ ਕਿਹਾ ਜੀ ਮੈਂ ਸਲਤਨਤ ਨੂੰ ਕੀ ਕਰ ਦਾਂਗਾ, ਸੁਲੇਮਾਨ ਦੀ ਨਾਫਰਮਾਨੀ ਦੀ ਵਜ੍ਹਾ ਨਾਲ ਸਲਤਨਤ ਮੈਂ 2 ਹਿੱਸਿਆਂ 'ਚ ਕੀ ਕਰ ਦਾਂਗਾ, ਤਕਸੀਮ ਕਰ ਦਾਂਗਾ, ਠੀਕ ਹੈ ਜੀ। ਸੁਲੇਮਾਨ ਦੀ ਡੈਥ ਹੁੰਦੀ ਹੈ ਔਰ ਡੈਥ ਦਾ ਹਵਾਲਾ ਅਸੀਂ ਪੜਾਂਗੇ ਜੀ ਪਹਿਲਾ ਸਲਾਤੀਨ ਉਹਦਾ 11ਵਾਂ ਬਾਬ ਔਰ ਉਹਦੀ 41 ਆਇਤ ਜਿਹੜੀ ਹੈ ਜੀ। ਪਹਿਲਾ ਸਲਾਤੀਨ ਫਸਟ ਕਿੰਗਸ ਚੈਪਟਰ 11 और 41-42 आयत जी। और सुलेमान का बाकी हाल और सब कुछ जो उसने किया और उसकी हिकमत सो क्या, वो सुलेमान के अहवाल की किताब में दर्ज नहीं। और वो मुद्दत जिसमें सुलेमान ने यरूशलेम में सब इस्राएल पर सल्तनत की 40 वर्ष की थी। और सुलेमान अपने बाप दादा के साथ सो गया और अपने बाप दाऊद के शहर में दफन हुआ, और उसका बेटा रजाम उसकी जगह बादशाह हुआ। थैंक यू जी। सो ਅਸੀਂ ਪੜ੍ਹਦੇ ਹਾਂ ਜੀ ਸੁਲੇਮਾਨ ਨੇ ਕਿੰਨੇ ਸਾਲ ਹੁਕੂਮਤ ਕੀਤੀ, 40 ਸਾਲ। ਓਕੇ, 40 ਵਾਰੀ। ਟੋਟਲ ਜਿਹੜੀ 12 ਕਬੀਲਿਆਂ ਦੀ ਹੁਕੂਮਤ ਰਹੀ ਹੈ। ਸਾਊਲ ਪਹਿਲਾ ਬਾਦਸ਼ਾਹ 40 ਸਾਲ, ਦਾਊਦ ਦੂਸਰਾ ਬਾਦਸ਼ਾਹ 40 ਸਾਲ, ਔਰ ਫਿਰ ਸੁਲੇਮਾਨ ਤੀਸਰਾ ਬਾਦਸ਼ਾਹ 40 ਸਾਲ। ਕਿੰਨੇ ਸਾਲ ਹੋ ਗਏ ਜੀ, 120 ਸਾਲ। ਸੋ ਸੁਲੇਮਾਨ ਤੇ ਬਾਅਦ ਰੋਹਬਾਮ ਜਦੋਂ ਉਹਦਾ ਬੇਟਾ ਬਾਦਸ਼ਾਹ ਬਣਿਆ ਹੋਇਆ ਤੇ ਖੁਦਾ ਨੇ ਉਹਦੇ ਦੌਰ ਦੇ ਵਿੱਚ ਸਲਤਨਤ 12 ਕਬੀਲਿਆਂ ਨੇ ਕੀ ਕਰ ਦਿੱਤੀ, 10 ਕਬੀਲੇ ਇੱਕ ਪਾਸੇ ਤੇ 2 ਕਬੀਲੇ ਇੱਕ ਪਾਸੇ, ਠੀਕ ਹੈ ਜੀ। ਓਕੇ, ਨਾਓ ਇਹ ਸਾਡੇ ਸਾਹਮਣੇ ਹਿਸਟਰੀ ਹੈ ਜੀ ਥੋੜੀ ਜੀ ਕਿ ਸੁਲੇਮਾਨ ਜਿਹੜਾ ਸੀ ਉਹ ਕੌਣ ਸੀ ਔਰ ਉਹਦੀ ਪੈਦਾਇਸ਼ ਕਿਵੇਂ ਹੋਈ, ਉਹਦੀ ਲਾਈਫ ਔਰ ਉਹਦਾ ਸਾਰਾ ਜਿਹੜਾ ਬੈਕਗਰਾਉਂਡ ਹੈ ਉਹ ਅਸਾਂ ਥੋੜਾ ਜਿਹਾ ਜਿਹਾ ਵੇਖਿਆ ਵੇ। 1-2 ਚੀਜ਼ਾਂ ਅਸੀਂ ਜ਼ਬੂਰ ਦੇ ਟੈਕਸਟ ਦੇ ਵਿੱਚੋਂ ਹੁਣ ਵੇਖਾਂਗੇ ਕਿ ਜ਼ਬੂਰ ਜਿਹੜਾ ਵੇ ਸਾਡੀ ਮਦਦ ਕਿਵੇਂ ਕਰਦਾ ਵੇ ਇਹਨੂੰ ਸਮਝਣ ਲਈ। ਪਹਿਲੀ ਚੀਜ਼ ਜਿਹੜੀ ਮੈਂ ਤੁਹਾਡੇ ਸਾਹਮਣੇ ਜ਼ਿਕਰ ਕੀਤੀ ਸੀ ਜੀ ਉਹ ਕੀ ਹੈ ਕਿ ਜਿਹੜਾ ਇਹ ਜ਼ਬੂਰ ਹੈ ਇਹਦਾ ਜਿਹੜਾ ਪ੍ਰਾਇਮਰੀ ਟੈਕਸਟ ਹੈ ਨਾ ਉਹ ਵੇ ਕਿ ਮੋਸਟਲੀ ਇਹ ਯੂਜ਼ ਕੀਤਾ ਜਾਂਦਾ ਸੀ ਜਦੋਂ ਬਾਦਸ਼ਾਹ ਦੀ ਤਾਜਪੋਸ਼ੀ ਹੁੰਦੀ ਸੀ, ਕੋਰੋਨੇਸ਼ਨ ਜਦੋਂ ਹੁੰਦਾ ਸੀ, ਠੀਕ ਹੈ। ਸੋ ਲੱਗਦਾ ਹੈ ਜੇ ਕਿ ਇਹ ਦਾਊਦ ਬਾਦਸ਼ਾਹ ਦੀ ਦੁਆ ਵੇ ਆਪਣੇ ਮਰਨ ਤੋਂ ਪਹਿਲਾਂ,
ਜਿਹੜੀ ਉਹਨੇ ਸਿਰਫ ਸੁਲੇਮਾਨ ਲਈ ਨਹੀਂ, ਕਿਉਂਕਿ ਸੁਲੇਮਾਨ ਉਹਦੇ ਬਾਅਦ ਇਮੀਡੀਏਟ ਬਾਦਸ਼ਾਹ ਬਣਿਆ ਸੀ, ਲੇਕਿਨ ਜਦੋਂ ਕੋਈ ਵੀ ਬਾਦਸ਼ਾਹ ਬਣਦਾ ਸੀ that was a liturgical text, ਜਦੋਂ ਵੀ ਕੋਈ ਬਾਦਸ਼ਾਹ ਬਣਦਾ ਸੀ ਇਹ ਦੁਆ ਔਰ ਇਹ ਕੋਰੋਨੇਸ਼ਨ ਜਿਹੜੀ ਹੁੰਦੀ ਸੀ ਪ੍ਰੇਅਰ, ਇਹ ਰਿਸਾਈਟ ਕੀਤੀ ਜਾਂਦੀ ਸੀ ਤਾਂ ਕਿ ਨਸਲ ਦਰ ਨਸਲ ਐਜ਼ ਅ ਲਿਟਰਜੀਕਲ ਟੈਕਸਟ ਜਿਹੜਾ ਵੇ ਉਹ ਤਾਜਪੋਸ਼ੀ ਦੀ ਰਸਮ ਤੇ ਅਦਾ ਕੀਤਾ ਜਾਵੇ। ਠੀਕ ਹੈ, ਤੁਸੀਂ ਸੁਣਿਆ ਹੈਗਾ ਨਾ, ਬੜੀ ਇੱਕ ਮਸ਼ਹੂਰ ਕਿਹਾ ਜਾਂਦਾ ਜੀ ਲੌਂਗ ਲਿਵਸ ਦ ਕਿੰਗ, ਠੀਕ ਹੈ ਨਾ, ਜਾਂ ਲੌਂਗ ਲਿਵਸ ਦ ਕੁਈਨ, ਸੁਣਿਆ ਫਰੇਜ਼ ਹੈ, ਠੀਕ ਹੈ ਨਾ। ਇਹ ਅੱਧੀ ਫਰੇਜ਼ ਹਾਂ ਸੁਣੀ ਹੈ। ਉਦੋਂ ਪਹਿਲੀ ਫਰੇਜ਼ ਪਤਾ ਕੀ ਹੈ, ਉਹਦੀ ਪਹਿਲੀ ਫਰੇਜ਼ ਹੈ ਵੇ ਕਿ ਦ ਕੁਈਨ ਔਰ ਦ ਕਿੰਗ ਹੈਜ਼ ਡਾਈਡ, ਕਿਉਂਕਿ ਪਿਛਲਾ ਬਾਦਸ਼ਾਹ ਪਿਛਲੀ ਕੁਈਨ ਕੀ ਹੋ ਗਈ ਹੈ, ਮਰ ਗਈ ਹੈ, ਲੇਕਿਨ ਚੂੰਕਿ ਹੁਣ ਅਸੀਂ ਨਵੇਂ ਬਾਦਸ਼ਾਹ ਦੀ ਤਾਜਪੋਸ਼ੀ ਕਰਨ ਲੱਗੇ ਹਾਂ, ਇਸ ਲਈ ਲੌਂਗ ਲਿਵ ਦਾ ਕੁਈਨ ਔਰ ਲੌਂਗ ਲਿਵ ਦਾ ਕਿੰਗ ਜਿਹੜਾ ਵੀ ਬਣਦਾ ਸੀ। ਠੀਕ ਹੈ, ਓਕੇ। ਸੋ ਇਹ ਜ਼ਬੂਰ ਜਿਹੜਾ ਵੇ ਇਟਸ ਅ ਡੇਵਿਡਿਕ ਕੋਵੈਨੈਂਟ, ਜਿਹੜਾ ਖੁਦਾ ਨੇ ਦਾਊਦ ਨਾਲ ਅਹਿਦ ਬਣਿਆ ਸੀ ਨਾ, ਠੀਕ ਹੈ, ਉਸ ਦਾਊਦ ਦੇ ਬਾਦਸ਼ਾਹ ਦੇ ਅਹਿਦ ਔਰ ਉਹਦੀ ਕੋਰੋਨੇਸ਼ਨ ਦੀ ਕੰਟੀਨਿਊਟੀ ਹੈ। ਔਰ ਇਸੇ ਲਈ ਜਦੋਂ ਅਸੀਂ ਇਸ ਜ਼ਬੂਰ ਨੂੰ ਪੜ੍ਹਨੇ ਆ, ਅਸੀਂ ਇਹਦੇ ਵਿੱਚ ਵੇਖਦੇ ਹਾਂ ਕਿ ਜ਼ਬੂਰ ਦਾ ਟੈਕਸਟ ਸਾਨੂੰ ਦੱਸਦਾ ਵੇ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਇਹਦੇ ਉੱਤੇ ਸੁਲੇਮਾਨ ਬਾਦਸ਼ਾਹ ਤੇ ਅਪਲਾਈ ਨਹੀਂ ਹੁੰਦੀਆਂ। ਇਸੇ ਲਈ ਜਦੋਂ ਅਸੀਂ ਕ੍ਰਿਸਚੀਅਨ ਇੰਟਰਪ੍ਰੀਟੇਸ਼ਨ ਕਰਨੇ ਆ ਤੇ ਅਸੀਂ ਕਹਿੰਦੇ ਆ ਜੀ ਕਿ ਐਕਚੁਅਲੀ ਦਿਸ ਇਜ਼ ਅ ਪ੍ਰੋਫੈਸੀ, ਇਹ ਪ੍ਰੋਫੈਸੀ ਹੈ, ਇਟਸ ਅ ਪ੍ਰੋਫੈਟਿਕ ਸਾਮ, ਜਿਹੜੀ ਕਿ ਅਲਟੀਮੇਟ ਜਿਹੜਾ ਬਾਦਸ਼ਾਹ ਆਏਗਾ, ਜਿਹੜਾ ਪੂਰੀ ਦੁਨੀਆ ਤੇ ਹਕੂਮਤ ਕਰੇਗਾ, ਇਹ ਉਹਦੇ ਇਸ਼ਾਰਾ ਕਰਦੀ ਹੈ। ਠੀਕ ਹੈ ਜੀ। ਸੋ ਇਸ ਲਈ ਜਦੋਂ ਅਸੀਂ ਇਹਨੂੰ ਮਿਜ਼ਿਆਨਿਕ ਹੋਪ ਵਿੱਚ ਪੜ੍ਹਦੇ ਆ ਇਸ ਟੈਕਸਟ ਨੂੰ, ਤੇ ਇਹਦੇ 4 ਕਨਸੈਪਟ ਸਾਡੇ ਸਾਹਮਣੇ ਹੁੰਦੇ ਨੇ। ਠੀਕ ਹੈ ਜੀ, 4 ਕਨਸੈਪਟ ਕਿਹੜੇ ਨੇ? ਨੰਬਰ 1 ਉਹ ਹੈ ਵੇ ਇਜ਼ਰਾਈਲ ਐਜ਼ ਗॉड्स ਚੋਜ਼ਨ ਨੇਸ਼ਨ, ਆ ਕਿੰਗਡਮ ਆਫ ਪ੍ਰੀਸਟਸ। ਪਹਿਲਾ ਆਪਸ਼ਨ ਕੀ ਹੈ? ਇਜ਼ਰਾਈਲ ਐਜ਼ ਅ ਹੋਲ ਨੇਸ਼ਨ, ਜਿਹਨੂੰ ਖੁਦਾ ਨੇ ਕਿਹਾ ਜੀ ਕਿ ਮੇਰਾ ਚੁਣਿਆ ਹੋਇਆ ਇਸਰਾਈਲ ਮੇਰਾ ਪਹਿਲਾ ਉਠਾਵੇ ਔਰ ਇਸਰਾਈਲ ਨੂੰ ਮੈਂ ਬਣਾਵਾਂਗਾ ਕਿ ਇਹ ਮੇਰੇ ਜਿਹੜੇ ਚੁਣੇ ਹੋਏ ਲੋਕ ਨੇ ਇਹ ਹੋਣਗੇ। ਉਸ ਖੁਦਾ ਦੇ ਪਲਾਨ ਨੂੰ ਪੂਰਾ ਕਰਨ ਲਈ ਖੁਦਾ ਨੇ ਦਾਊਦ ਦੀ ਜਿਹੜੀ ਨਸਲ ਸੀ, ਯੱਸੀ ਦੀ ਨਸਲ, ਦਾਊਦ ਦੀ ਨਸਲ, ਉਹਦੇ ਨਾਲ ਖੁਦਾ ਨੇ ਅਹਿਦ ਬਣਿਆ। ਠੀਕ ਹੈ, ਜਦੋਂ ਅਹਿਦ ਬਣਿਆ ਜਿਹੜਾ ਵੇ, ਤੇ ਉਹ ਅਹਿਦ ਜਿਹੜਾ ਵੇ ਉਹਦੀ ਕੰਪਲੀਸ਼ਨ ਤੇ ਦਾਊਦ ਦੇ ਨਸਲ ਦੇ ਨਾਲ ਨਹੀਂ ਹੋਈ, ਸਾਨੂੰ ਸਾਰਿਆਂ ਨੂੰ ਪਤਾ ਵੇ। ਠੀਕ ਹੈ, ਉਹਦੀ ਜਿਹੜੀ ਕੰਪਲੀਸ਼ਨ ਹੈ ਉਹ ਆ ਕੇ ਕਿਹਨੇ ਕੀਤੀ ਹੈ? ਖੁਦਾਵੰਦ ਯਿਸੂ ਮਸੀਹ ਨੇ ਆ ਕੇ ਐਜ਼ ਅ ਪ੍ਰੋਮਿਸਡ ਮਜ਼ਾਇਆ, ਐਜ਼ ਅ ਸਾਡਾ ਕ੍ਰਿਸਚੀਅਨ ਕਨਸੈਪਟ ਹੁੰਦਾ, ਵੀ ਬਲੀਵ ਕਿ ਜਿਹੜਾ ਇਹ ਜ਼ਬੂਰ ਦਾ ਜਿਹੜੀ ਪ੍ਰੋਫੈਸੀ ਹੈ ਇਹਦੀ ਤਕਮੀਲ ਕਿਹਦੇ ਚ ਹੋਈ ਹੈ? ਖੁਦਾਵੰਦ ਯਿਸੂ ਮਸੀਹ ਜਾ ਕੇ ਹੋਈ ਹੈ। ਲੇਕਿਨ ਖੁਦਾਵੰਦ ਯਿਸੂ ਮਸੀਹ ਦੇ ਵਿੱਚ ਵੀ ਤਕਮੀਲ ਦਾ ਹਾਲੇ ਪਹਿਲਾ ਫੇਜ਼ ਸਾਡੇ ਕੋਲ ਹੈ, that was 2000 years ago. The last and ultimate phase will be accomplished ਜਦੋਂ ਖੁਦਾਵੰਦ ਯਿਸੂ ਮਸੀਹ ਦੁਬਾਰਾ ਕੀ ਆਉਣਗੇ? ਵਾਪਸ ਆਉਣਗੇ। So that is the 4 layer plan ਜਿਹੜਾ ਸਾਨੂੰ ਜ਼ਬੂਰ ਦੇ ਵਿੱਚ ਨਜ਼ਰ ਆਉਂਦਾ ਵੇ ਕਿ ਖੁਦਾ ਨੂੰ ਕੀ ਕਰੇਗਾ? ਪੂਰਾ ਕਰੇਗਾ। ਸੋ ਇਸ ਲਈ ਅਸੀਂ ਜਦੋਂ ਇਹਨੂੰ ਪੜ੍ਹਦੇ ਹਾਂ ਐਜ਼ ਅ ਕ੍ਰਿਸਚੀਅਨ ਹੁੰਦੇ ਆ, ਅਸੀਂ ਇਹਨੂੰ ਪੜ੍ਹਦੇ ਹਾਂ ਐਜ਼ ਅ ਮਿਜ਼ਿਆਨਿਕ ਇੰਟਰਪ੍ਰੀਟੇਸ਼ਨ ਆਫ ਦਾ ਸਾਮ। ਅਸੀਂ ਇਹਨੂੰ ਹਿਸਟੋਰੀਕਲ ਕੰਟੈਕਸਟ ਵਿੱਚ ਵੇਖਣ ਡਏ ਹਾਂ ਕਿ ਦਿਸ ਦਾ ਕੋਰੋਨੇਸ਼ਨ, ਦਾਊਦ ਦੀ ਦੁਆ ਆਪਣੇ ਘਰਾਣੇ ਲਈ, ਆਪਣੇ ਬੇਟਿਆਂ ਲਈ ਹੈ। ਲੇਕਿਨ ਅੱਜ 2000 ਸਾਲਾਂ ਬਾਅਦ ਤਾਰੀਖ ਦੇ ਇਸ ਕੋਨੇ ਤੇ ਜਦੋਂ ਅਸੀਂ ਪਹੁੰਚੇ ਹਾਂ ਤੇ ਅਸੀਂ ਇਹਨੂੰ ਐਜ਼ ਅ ਕ੍ਰਿਸਚੀਅਨ ਹੁੰਦਿਆਂ ਪੜ੍ਹਦੇ ਹਾਂ। ਓਕੇ ਜੀ, ਆਥਰ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੇ, ਜਿਹੜਾ ਇਹਦਾ ਟਾਈਟਲ ਹੈ ਨਾ ਸੁਲੇਮਾਨ ਜਾਂ ਐ ਖੁਦਾ ਬਾਦਸ਼ਾਹ ਕੋ, ਇਟਸ ਅ ਲੀ ਸ਼ਾਲੋਮੋ, ਜਿਵੇਂ ਮੈਂ ਕਿਹਾ ਵੇ ਨਾ, ਲੀ ਸ਼ਾਲੋਮੋ ਦਾ ਆਥਰ ਜਿਹੜਾ ਗੱਲ ਕਰਦਾ ਵੇ ਕਿ ਜੀ ਇਹਦੇ ਬਾਰੇ ਬਹਿਸ ਇਸ ਸਕਾਲਰ ਦੇ ਵਿੱਚ ਸੁਲੇਮਾਨ ਨੇ ਲਿਖਿਆ ਵੇ, ਸੁਲੇਮਾਨ ਲਈ ਲਿਖਿਆ ਗਿਆ ਵੇ, ਜਾਂ ਦਾਊਦ ਨੇ ਆਪਣੇ ਬੇਟਿਆਂ ਵਾਸਤੇ ਲਿਖਿਆ ਵੇ। ਸੋ ਸਕਾਲਰ ਇਹਦੇ ਤੇ ਡਿਸਐਗਰੀ ਨੇ, ਇਟਸ ਅ ਮੈਟਰ ਆਫ ਡਿਬੇਟ। ਸੋ ਅਸੀਂ ਉਸ ਪਾਸੇ ਨਹੀਂ ਜਾਂਦੇ, ਆਥਰ ਕੋਈ ਵੀ ਹੈ ਸਾਡੇ ਕੋਲ ਜ਼ਬੂਰ ਮੌਜੂਦ ਹੈ। ਠੀਕ ਹੈ ਜੀ। ਡੇਟ ਲਿਖਿਆ ਕਿਦੋਂ ਹੋ ਗਿਆ? ਡੇਟ ਤਕਰੀਬਨ ਕਿਹਾ ਜਾਂਦਾ ਜੀ ਕਿ 700 ਤੋਂ ਲੈ ਕੇ 500 ਬਿਫੋਰ ਕ੍ਰਾਈਸਟ ਲਿਖਿਆ ਗਿਆ ਵੇ। ਲਿਟਰਰੀ ਫਾਰਮ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ, ਇਟਸ ਅ ਪ੍ਰੋਫੈਸੀ, ਇਟਸ ਅ ਪੋਇਟਰੀ, ਬਟ ਇਟ ਇਜ਼ ਅ ਪ੍ਰੋਫੈਟਿਕ ਪੋਇਟਰੀ। ਠੀਕ ਹੈ ਜੀ, ਇਹ ਸ਼ਾਇਰੀ ਹੈ। ਸੋ ਜਦੋਂ ਅਸੀਂ ਆਉਂਦੇ ਹਾਂ ਨਾ ਕਿ ਜੀ ਇਹਦੀ ਕ੍ਰਿਸਚੀਅਨ ਇੰਟਰਪ੍ਰੀਟੇਸ਼ਨ ਜਾਂ ਕਿੱਥੇ ਅਪਲਾਈ ਕੀਤਾ ਜਾਂਦਾ ਵੇ, ਜਨਰਲੀ ਐਸ ਜ਼ਬੂਰ ਨੂੰ ਜਿਹੜਾ ਬਾਦਸ਼ਾਹ ਦਾ ਵੇ ਅਸੀਂ ਗਾਣੇ ਆ ਜਾਂ ਤੇ ਪਾਮ ਸੰਡੇ ਤੇ, ਜਿਹੜਾ ਕਿ ਐਸ ਕਮਿੰਗ ਪਰਸੋਂ ਆ ਰਿਹਾ ਵੇ, ਕਿਉਂਕਿ ਅਸੀਂ ਸਮਝਦੇ ਹਾਂ ਕਿ ਜੀ ਦਿਸ ਇਜ਼ ਅ ਫੁਲਫਿਲਮੈਂਟ ਜੀਸਸ ਐਜ਼ ਅ ਕਿੰਗ। ਠੀਕ ਹੈ। ਦੂਸਰੇ ਨੰਬਰ ਤੇ ਜਦੋਂ ਐਪੀਫਨੀ ਹੁੰਦੀ ਹੈ ਨਾ, ਐਪੀਫਨੀ ਦਾ ਮਤਲਬ ਹੈ ਵੇ ਕਿ ਕ੍ਰਿਸਮਸ ਤੋਂ ਬਾਅਦ ਜਦੋਂ ਐਪੀਫਨੀ ਸ਼ੁਰੂ ਹੁੰਦਾ, ਜਿਵੇਂ ਅਸੀਂ ਹੁਣ ਐਪੀਫਨੀ ਸੀਜ਼ਨ ਵਿੱਚ, ਠੀਕ ਹੈ, ਸੌਰੀ ਲੈਂਟ ਸੀਜ਼ਨ, ਐਪੀਫਨੀ ਦਾ 2 ਵੀਕ ਹੁੰਦਾ ਨੇ ਕ੍ਰਿਸਮਸ ਤੋਂ ਫੌਰਨ ਬਾਅਦ, ਜਦੋਂ ਬਾਦਸ਼ਾਹ ਆਏ ਨੇ ਔਰ ਉਹਨਾਂ ਨੇ ਆਪਣੇ ਨਜ਼ਰਾਨੇ ਤੇ ਹਦੀਏ ਲਿਆ ਕੇ ਕਿਹਦੇ ਸਾਹਮਣੇ ਪੇਸ਼ ਕੀਤੇ ਨੇ? ਯਿਸੂ ਦੇ ਸਾਹਮਣੇ। ਦੈਟ ਇਜ਼ ਐਪੀਫਨੀ। ਠੀਕ ਹੈ, ਕਿ ਜਿਹੜੇ ਬਾਦਸ਼ਾਹ ਲੈ ਕੇ ਆਏ ਸਨ। ਓਕੇ, ਸੋ ਐਸ ਜ਼ਬੂਰ ਦੇ ਜਿਹੜੇ ਪੋਇਟਰੀ ਨੇ ਜਾਂ ਹਿੱਸੇ ਨੇ, 4 ਮੇਜਰ ਹਿੱਸੇ ਨੇ ਜੀ। ਠੀਕ ਹੈ ਜੀ, 4 ਮੇਜਰ ਹਿੱਸੇ ਕਿਹੜੇ ਕਿਹੜੇ ਨੇ? ਪਹਿਲਾ ਹਿੱਸਾ ਜਿਹੜਾ ਵੇ ਉਹ 1 ਤੋਂ ਲੈ ਕੇ ਤੇ 4 ਆਇਤ ਤੱਕ, ਜਿਹੜਾ ਕਿ ਅਸਾਂ ਗੀਤ ਗਾਉਂਦਿਆਂ ਵੀ ਜਿਹਨੂੰ ਅਸਾਂ ਫੋਲੋ ਕੀਤਾ ਵੇ। ਚੌਹਾਨ ਸਾਹਿਬ ਨੇ ਸਾਡੇ ਸਾਹਮਣੇ ਪਹਿਲੇ ਬਾਬ ਦੀਆਂ 4 ਆਇਤਾਂ ਗਾਈਆਂ। ਠੀਕ ਹੈ,
ਸੈਕੰਡ ਪਾਰਟ ਜਿਹੜਾ ਵੇ ਉਹ ਸ਼ੁਰੂ ਹੁੰਦਾ ਵੇ 5ਵੀਂ ਆਇਤ ਤੋਂ ਲੈ ਕੇ ਜਾਂ 6ਵੀਂ ਆਇਤ ਤੋਂ ਲੈ ਕੇ ਤੇ 12ਵੀਂ ਆਇਤ ਤੱਕ, ਠੀਕ ਹੈ, ਦੈਟਸ ਅ ਸੈਕੰਡ ਪਾਰਟ। ਤੀਸਰਾ ਜਿਹੜਾ ਇਹਦਾ ਪਾਰਟ ਹੈ ਉਹ ਹੁੰਦਾ ਵੇ ਜਨਾਬ ਤਕਰੀਬਨ 12ਵੀਂ ਆਇਤ ਤੋਂ ਲੈ ਕੇ ਤੇ ਤਕਰੀਬਨ ਕੋਈ ਪਹਿਲੀਆਂ ਜਿਹੜੀਆਂ ਨਾ 14ਵੀਂ ਆਇਤ ਤੱਕ ਜਿਹੜਾ ਵੇ ਉਹ 14ਵੀਂ ਆਇਤ ਤੱਕ ਚੱਲਦਾ ਤੀਸਰਾ ਹਿੱਸਾ। ਚੌਥਾ ਹਿੱਸਾ ਜਿਹੜਾ ਵੇ ਨਾ ਉਹ ਵੇ 15ਵੀਂ ਆਇਤ ਤੋਂ ਲੈ ਕੇ 17ਵੀਂ ਆਇਤ ਤੱਕ। ਇੱਥੇ ਜ਼ਬੂਰ ਖਤਮ ਹੋ ਜਾਂਦਾ, ਓਕੇ। 17ਵੀਂ ਆਇਤ ਤੇ ਜ਼ਬੂਰ ਖਤਮ ਹੋ ਜਾਂਦਾ ਵੇ। ਲੋਕੀ ਅੱਛਾ ਬੰਦਾ ਸੋਚਦਾ ਫਿਰ ਇਹ ਜਿਹੜੀਆਂ ਆਖਰੀਆਂ 3 ਆਇਤਾਂ ਨੇ ਇਹ ਕਿੱਥੋਂ ਆਈਆਂ ਨੇ, ਠੀਕ ਹੈ। 18ਵੀਂ 19 ਤੇ 20 ਆਇਤ ਜਿਹੜੀ ਹੈ ਇਹ ਕੌਣ ਲਿਖ ਗਿਆ, ठीक है, क्योंकि तुम देखोगे 20 आयत कितने खत्म होती है, दाऊद बिन यस्सी की दुआएं क्या हुई, तमाम हुई, ओके। इसका मतलब है वे कि जेड़ा आखिरी 3 आयतां ने दे हैव बीन कंपाइल्ड, जिन्हां लोकां ने ज़बूर दे 150 पोएम्स नु इकट्ठियां करके कंपाइल कीता वे, ओदा अरेंज कीता वे, ओनु 5 हिस्सियां तकसीम कीता वे। Actually that was written by them, और इन्नू असी टेक्निकल लैंग्वेज कहने हैं डॉक्सोलॉजी। डॉक्सोलॉजी दा मतलब है वे खुदावंद दी हमदो सना करना और खुदा दे नाम नूं जलाल देना। तुसी वेखोगे कि ज़बूर दे 5 हिस्से ने, 5 दियां 5 हिस्से डॉक्सोलॉजी दे नाल खत्म हुंदे ने, खुदावंद दी हमदो सना खुदावंद दी प्रेज दे नाल खत्म हुंदे ने। So what does it say? It says कि there were inspired scribes and a team of editors जिन्हां ने इन्हां सारियां पोएम्स नूं की कीता, इकट्ठियां करके साडे वास्ते उन्हां ने इन्हां नूं इकट्ठियां करके रखिया, ओके। सो ਜਿਹੜੇ 4 ਹਿੱਸੇ ਨੇ ਅਸਾਂ ਤਕਸੀਮ ਕੀਤੇ ਨੇ, ਕਿਹਨੂੰ ਕਿਹਨੂੰ ਪੇਸ਼ ਕਰਦੇ ਨੇ। ਪਹਿਲਾ ਹਿੱਸਾ ਜਿਹੜੀਆਂ ਮੈਂ ਦੱਸਿਆ ਪਹਿਲੀਆਂ 7 ਆਇਤਾਂ ਤੱਕ ਉਹ ਰਾਸਤਬਾਜ਼ੀ ਨੂੰ ਪੇਸ਼ ਕਰਦਾ ਵੇ, ਬਾਦਸ਼ਾਹ ਰਾਸਤ ਹੋਏਗਾ, ਅਦਾਲਤ ਠੀਕ ਕਰੇਗਾ, ਠੀਕ ਹੈ। ਜਿਹੜਾ 8 ਤੋਂ 11ਵੀਂ ਆਇਤ ਤੱਕ ਕਿ ਉਹ ਵੀ ਯੂਨੀਵਰਸਲ ਕਿ ਉਹਦੀ ਜਿਹੜੀ ਬਾਦਸ਼ਾਹੀ ਰਾਸਤਬਾਜ਼ੀ ਆਲਮਗੀਰ ਲੈਵਲ ਦੀ ਹੋਏਗੀ, ਠੀਕ ਹੈ। ਔਰ ਜਿਹੜਾ ਤੀਸਰਾ ਹਿੱਸਾ ਵੇ ਉਹ ਹੈ ਵੇ ਕਿ 12ਵੀਂ 14ਵੀਂ ਆਇਤ ਉਹ बेनिफिशिएंट होएगा, मतलब वो पूरी दुनिया और तो फायदा लेगी, ब्लेसिंग लेगी, ठीक है, सिर्फ एक जगह नहीं होएगा। और 5वां 15 तो 17वीं आयत तक के परपेचुअल का मतलब है नेवर एंडिंग, कभी खत्म नहीं होएगी, इट विल कैरी ऑन, गोइंग ऑन रहेगी, ठीक है जी। तो ਅਸੀਂ ਹੁਣ ਜਦੋਂ ਅਸੀਂ ਜਾਣਦੇ ਆ ਜੀ ਜ਼ਬੂਰ ਦੇ, ਮੈਂ ਤੁਹਾਡੇ ਸਾਹਮਣੇ 3 ਮੇਜਰ ਥੀਮ ਰੱਖਾਂਗਾ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਨੰਬਰ 1 ਜਿਹੜਾ ਪਹਿਲਾ ਸੈਕਸ਼ਨ ਨਾ ਉਹਦੇ ਵਿੱਚ ਜਿਹੜਾ ਲਫ਼ਜ਼ ਯੂਜ਼ ਹੋਇਆ ਨਾ ਸਾਡੇ ਕੋਲ ਤਰਜਮਾ ਹੋਇਆ ਐ ਖੁਦਾ, ਠੀਕ ਹੈ। ਤੁਹਾਡੇ ਕੋਲ ਪੰਜਾਬੀ ਚ ਕੀ ਹੈ ਜੀ ਅੰਕਲ ਜੀ, ਔਰ ਹਿੰਦੀ ਚ ਕੀ ਹੈ? परमेश्वर। ਇਹ ਪਰਮੇਸ਼ਵਰ ਤੁਹਾਡੇ ਕੋਲ ਕੀ ਹੈ ਜੀ ਹਿੰਦੀ ਚ? ਹਾਂਜੀ, हे परमेश्वर। ਇਹ ਪਰਮੇਸ਼ਵਰ ओरिजिनल हिब्रू है एलोहीम, की ओरिजिनल है एलोहीम, और मैं तो दस चुकिया वा एलोहीम इज प्लूरल, ओके, दैट्स नॉट अ सिंगुलर। ਜਿਹੜਾ ਸਾਡੇ ਸਾਹਮਣੇ एलोहीम ਦਾ ਜਿਹੜਾ ਅੰਡਰਸਟੈਂਡਿੰਗ ਹੈ ਬਾਈਬਲ ਮੁਕੱਦਸ ਦੇ ਵਿੱਚ ਉਹ ਹੈ ਸੇਮ ਵਰਡ ਹੈ ਕਿ ਇੱਕ ਕੱਲਾ ਖੁਦਾ ਨਹੀਂ, ਬਲਕਿ ਇਟਸ ਅ ਕਾਉਂਸਲ ਆਫ ਗॉड, ਇਟਸ ਅ ਹੋਲ plurality in God's character, okay, so this is not only a singular ਕੱਲਾ ਅਸੀਂ ਵੇਖਦੇ ਆ ਕਿ ਤਖਤ ਕੱਲਾ ਕੋ ਬਜ਼ੁਰਗ ਬਹਿ ਰਿਹਾ, ਤਸਵੀਰਾਂ ਵੇਖਦੇ ਨਾ ਹੀ ਕਿ ਕੱਲਾ ਇੱਕ ਤਸਵੀਰ ਪੇਂਟਿੰਗ ਲੋਕਾਂ ਬਣਾਈ ਹੁੰਦੀ ਹੈ, ਕੋਈ ਕੱਲਾ ਬੰਦਾ ਬਹਿ ਰਿਹਾ ਕਿਤੇ, that's not idea। Elohim means the whole counsel of God, ठीक है। तो ਜਦੋਂ ਕਹਿੰਦਾ ਨਾ ਕਿ एलोहीम बादशाह को अपने अहकाम और शहजादे को अपनी सदाकत अता फरमा, ठीक है। सो ਇਹਦੇ ਵਿੱਚ ਕਹਿਣ ਡਿਆ ਕਿ ਖੁਦਾਵੰਦ ਜਿਹੜੀ ਤੇਰੀ ਬਾਦਸ਼ਾਹੀ ਤੇਰੀ ਰਾਸਤਬਾਜ਼ੀ ਹੈ ਨਾ ਉਹ ਸ਼ਹਜ਼ਾਦੇ ਨੂੰ ਮਿਲਣੀ ਚਾਹੀਦੀ ਹੈ, ਓਕੇ ਜੀ। ਸੋ ਜਿਹੜੀ ਦੁਆ ਵੇ 5ਵੀਂ ਆਇਤ ਦੇ ਵਿੱਚ ਜਿਹੜੀ ਹੈ ਨਾ ਉਹ ਕੀ ਹੈ, जब तक सूरज और चांद कायम है लोग नस्ल दर नस्ल तुझसे क्या करेंगे, डरते रहेंगे। सो दिस इज अ प्रेयर फॉर अ लॉन्ग टाइम ऑफ पीस, प्रॉस्पेरिटी एंड डिवाइन विंडिकेशन। मतलब है कि नेवर एंडिंग, सूरज ने कभी मुकना नहीं, चांद ने कभी डुबना नहीं। सो इसलिए इट्स गोइंग ऑन, ਜਿਹੜੀ पोएटिक इमेजरी है ਜਿਹੜੀ ਉਹ ਹੈ ਕਿ ਇਟ ਵਿਲ ਨੈਵਰ ਐਂਡਿੰਗ, ਠੀਕ ਹੈ। ਦੂਸਰੀ ਚੀਜ਼ ਜਿਹੜੀ ਇਹਦੇ ਵਿੱਚ ਜਿਹੜਾ ਮੇਨ ਇੰਪੋਰਟੈਂਟ ਜਿਹੜਾ ਸਬਜੈਕਟ ਹੈ ਜਿਹਨੂੰ ਚੌਹਾਨ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਬਾਰਿਸ਼ ਦਾ ਜ਼ਿਕਰ ਹੈ, ਔਰ ਤੁਹਾਨੂੰ ਪਤਾ ਹੈ ਨਾ ਜਿਹੜਾ ਮੇਘ ਰਾਗ ਹੈ ਉਹਨੂੰ ਰੇਨ ਰਾਗਾ ਕਿਹਾ ਜਾਂਦਾ ਹੈ, ਠੀਕ ਹੈ ਨਾ, ਕਿ ਮੇਘ ਮਲਹਾਰ ਜਿਹੜੀ ਗਾਈ ਜਾਂਦੀ ਹੈ ਨਾ ਉਹ ਬਰਸਾਤ ਦੇ ਮੌਸਮ ਵਿੱਚ ਰਾਗ ਗਾਈ ਜਾਂਦੀ ਹੈ, ਠੀਕ ਹੈ। ਮੀਆਂ ਦੀ ਮਲਹਾਰ, ਮੇਘ ਮਲਹਾਰ, ਹੋਰ ਵੀ 2-4 ਮਲਹਾਰਾਂ ਹੈ ਨੇ, ਲੇਕਿਨ these are the rags specially sung for the rain। so rain falling on a mown field, so ਜੀ ਇਹ ਜਿਹੜਾ ਵੇ ਨਾ that's interesting। ਉਹਦੀ ਵਜ੍ਹਾ ਇਹ ਵੇ ਕਿ ਇਹ ਸੇਮ ਕੋਵੈਨੈਂਟ ਜਿਹੜਾ ਵੇ ਸੈਮੂਅਲ ਦੀ ਦੂਸਰੀ ਕਿਤਾਬ ਦੇ 23 ਚੈਪਟਰ ਦੇ ਵਿੱਚ ਇਹ ਸੇਮ ਕਨਸੈਪਟ ਦੱਸਿਆ ਗਿਆ ਵੇ ਕਿ ਬਰਸਾਤ ਜਿਹੜੀ ਹੈ ਉਹ ਪੇਸ਼ ਕਰਦੀ ਹੈ, ਜਿਹੜੀ ਬ੍ਰਾਈਟਨੈਸ ਹੈ, ਜਿਹੜੀ ਚੰਨ ਦੀ ਜਿਹੜੀ ਰੋਸ਼ਨੀ ਹੈ ਔਰ ਸੂਰਜ ਜਿਹੜੀ ਲਾਈਟ ਹੈ ਉਹ ਖੁਦਾ ਦੇ ਕਲਾਮ ਨੂੰ ਔਰ ਖੁਦਾ ਦੇ ਨੂਰ ਨੂੰ ਪੇਸ਼ ਕਰਦੀ ਹੈ। ਤੁਹਾਨੂੰ ਯਾਦ ਹੋਏਗਾ ਜਦੋਂ ਅਸਾਂ ਮਲਾਕੀ ਨਬੀ ਪੜ੍ਹਿਆ ਸੀ ਪਿਛਲੇ ਦਿਨਾਂ ਦੇ ਵਿੱਚ, ਔਰ ਉਹਦੇ ਆਖਰੀ ਕੀ ਸੀ ਕਿ ਉਸकी किरणों में आफ्ताब सदाकत की होएगा, तालिया होगा, सूरज निकलेगा और ਉਹਦੀ ਕਿਰਨਾਂ ਦੇ ਵਿੱਚ ਕੀ ਹੋਏਗੀ, ਸ਼ਿਫਾ ਹੋਏਗੀ,
ठीक है, the healing in the wings of the righteous son, ठीक है। ਸੋ ਅਸੀਂ ਵੇਖਦੇ ਜੀ ਕਿ ਜਿਹੜਾ ਬਰਸਾਤ ਦਾ ਜ਼ਿਕਰ ਆਵੇ ਉਹ ਅਸੀਂ ਆਲਰੇਡੀ ਪ੍ਰੋਫੈਟਿਕ ਉਹਦੇ ਵਿੱਚ ਸਾਨੂੰ ਮਿਲਦਾ ਹੈ। ਓਕੇ ਜੀ, ਨਾਓ ਜਿਹੜੀ 8ਵੇਂ ਤੇ 14ਵੀਂ ਆਇਤ ਵਿੱਚ ਲਿਖਿਆ ਨਾ ਕਿ ਉਸकी सल्तनत समुंदर से समुंदर तक ਜਿਹੜੀ ਹੈ ਨਾ ਉਹ ਅਲਟੀਮੇਟ ਹੈ ਵੇ ਸੇਮ ਟੈਰੀਟਰੀ ਹੈ ਜਿਹੜੀ ਖਰੂਜ 23 ਬਾਬ ਵਿੱਚ ਖੁਦਾ ਨੇ ਵਾਅਦਾ ਕੀਤਾ ਸੀ ਤੇ ਖੁਦਾ ਨੇ ਕਿਹਾ ਸੀ ਜੀ ਕਿ ਮੈਂ ਪੂਰੀ ਜਿਹੜੀ ਸਲਤਨਤ ਮੁਲਕ ਕਨਾਨ ਦੀ ਹੈ ਸਮੁੰਦਰ ਤੋਂ ਲੈ ਕੇ ਕਿਹਾ ਜਾਂਦਾ ਸ਼ਾਇਦ ਦਰਿਆਏ ਜਿਹੜਾ ਮੈਡੀਟਰੇਨੀਅਨ ਸੀ ਤੋਂ ਲੈ ਕੇ ਤੇ ਜਿਹੜਾ ਦੂਜਾ ਕੋਣਾ ਲੱਗਦਾ ਵੇ ਨਾ ਉਹ ਪੂਰੇ ਦਾ ਪੂਰਾ ਸਾਰਾ ਉਹ ਉਹਦੇ ਆਲੇ ਦੁਆਲੇ ਉਹਨੂੰ ਕਵਰ ਕੀਤਾ ਗਿਆ। ਓਕੇ ਜੀ, 9ਵੀਂ ਆਇਤ ਬੜੀ ਇੰਟਰਸਟਿੰਗ ਹੈ। 9ਵੀਂ ਆਇਤ ਜਿਹੜੀ ਹੈ ਨਾ ਉਹ ਕਰੇ जी बियाबान के रहने वाले उसके आगे झुकेंगे और उसके दुश्मन खाक चाटेंगे, खाक चाटेंगे। ਤੁਹਾਨੂੰ ਯਾਦ ਆ ਰਿਹਾ ਪੈਦਾਇਸ਼ 3 ਬਾਬ, ਠੀਕ ਹੈ, ਸ਼ੈਤਾਨ ਨੂੰ ਜਦੋਂ ਕੀ ਕੀਤਾ ਗਿਆ ਸੀ, ਸੱਪ ਨੂੰ ਕੀ ਕੀਤਾ ਗਿਆ ਸੀ, ਜਦੋਂ ਸਜ਼ਾ ਦਿੱਤੀ ਗਈ ਸੀ, ਠੀਕ ਹੈ ਨਾ, ਹਾਂਜੀ रेंग के चलेगा, ਖਾਕ ਚਾਟੇਗਾ, ਠੀਕ ਹੈ। ਹਾਂਜੀ, that's referring to that Abrahamic ਜਿਹੜਾ ਵੇ ਨਾ ਕੋਵੈਨੈਂਟ ਜਿਹੜਾ ਖੁਦਾ ਨੇ ਬਣਾਇਆ ਹੈ ਨਾ ਆਦਮ ਔਰ ਹਵਾ ਦੇ ਨਾਲ, ਔਰ ਉਹਦੇ ਬਾਅਦ ਅਬਰਾਹਮ ਦੇ ਨਾਲ ਖੁਦਾ ਨੇ ਕੰਟੀਨਿਊ ਕੀਤਾ, ਇਸਹਾਕ ਦੇ ਨਾਲ ਕੰਟੀਨਿਊ ਕੀਤਾ, ਯਾਕੂਬ ਦੇ ਨਾਲ ਕੰਟੀਨਿਊ ਕੀਤਾ, ਫਿਰ ਦਾਊਦ ਦੇ ਨਾਲ ਕੰਟੀਨਿਊ ਕੀਤਾ। ਔਰ ਅਸੀਂ ਵੇਖਦੇ ਹਾਂ ਕਿ ਇਟਸ ਅ ਕੰਟੀਨਿਊਟੀ ਜਿਹੜਾ ਵੇ ਨਾ ਸੇਮ ਸਾਡੇ ਸਾਹਮਣੇ ਕਨਸੈਪਟ ਜਿਹੜਾ ਵੇ ਉਹ ਮੌਜੂਦ ਹੈ ਕਿ ਕੌਮਾਂ ਜਿਹੜੀਆਂ ਨੇ ਉਹ ਖੁਦਾ ਉਹਦੇ ਇਖਤਿਆਰ ਥੱਲੇ ਹੋਣਗੀਆਂ। ਸੈਟਨ ਹਿਮਸੈਲਫ ਇਨ ਦਾ ਪ੍ਰੋਮਿਸ ਪਲਾਨ ਆਫ ਗॉड ਉਹਦੇ ਥੱਲੇ ਲੱਗੇਗਾ ਰਹੇਗਾ ਔਰ ਦੁਸ਼ਮਣ ਖਾਕ ਥੱਲੇ ਲੱਗੇ ਰਹਿਣਗੇ। ਆਖਰੀ ਜਿਹੜਾ ਕਨਸੈਪਟ ਸੈਕੰਡ ਲਾਸਟ ਕਨਸੈਪਟ ਜਿਹੜਾ ਵੇ ਨਾ ਉਹ ਵੇ ਜਨਾਬ ਉਹ ਵੇ ਕਿ ਜਿਹੜਾ ਕਨਸੈਪਟ ਹੈ ਨਾ ਆਪਣਾ सबा और सेबा के बादशाह ਜਿਹੜਾ ਵੇ 10ਵੀਂ ਆਇਤ तरसीस और जजीरे बादशाह नजरें लाएंगे, सबा और सीबा के बादशाह हदीए लाएंगे। जिवें पहला जिक्र किया वे इन्हों उसे रिफर करने एपिफनी दे नाल भी जो बादशाह आए सन ते हदीए लैकर आए। लेकिन तुसी पढ़दे हो जी कि सुलेमान नूं मिलन लई एक मलका आई सी, तुहानूं याद है? ਹਾਂਜੀ जरा खोलो हाँ पहला सलातीन 10वां बाब ओदियां पहलियां 3 आयतां वेखो जरा। पहला सलातीन यानी फर्स्ट किंग्स चैप्टर 10 10वीं आयत दी पहली जरा पहलियां 2 आयतां जरा पढ़ो जी कोई भी जेड़ा कर ले। जद सबा दी रानी ने ਸੁਲੇਮਾਨ ਦੀ ਧੁੰਮ ਯਹੋਵਾ ਦੇ ਨਾਮ ਦੇ ਕਾਰਨ ਸੁਣੀ ਤਾਂ ਉਸ ਨੂੰ ਬੁਝਾਰਤਾਂ ਵਿੱਚ ਪਰਖਣ ਲਈ ਆਈ। ਉਹ ਵੱਡੇ ਭਾਰੀ ਕਾਫਲੇ ਦੇ ਨਾਲ ਯਰੂਸ਼ਲਮ ਵਿੱਚ ਆਈ ਅਤੇ ਮਸਾਲੇ ਨਾਲ ਲੱਦੇ ਹੋਏ ਊਂਠ ਅਤੇ ਢੇਰ ਸਾਰਾ ਸੋਨਾ ਅਤੇ ਬਹੁਮੁੱਲੇ ਪੱਥਰ ਨਾਲ ਸਨ। ਜਦ ਸੁਲੇਮਾਨ ਕੋਲ ਆਈ ਤਾਂ ਜੋ ਕੁਝ ਉਹਦੇ ਮਨ ਵਿੱਚ ਸੀ ਉਸ ਨਾਲ ਗੱਲ ਕੀਤੀ। ਸੁਲੇਮਾਨ ਨੇ ਉਹਦੀਆਂ ਸਾਰੀਆਂ ਗੱਲਾਂ ਦਾ ਉਹਨੂੰ ਉੱਤਰ ਦਿੱਤਾ ਅਤੇ ਪਾਤਸ਼ਾਹ ਤੋਂ ਕੋਈ ਗੱਲ ਗੁੱਝੀ ਨਾ ਸੀ ਜਿਸ ਦਾ ਉਸਨੇ ਉੱਤਰ ਨਾ ਦਿੱਤਾ ਹੋਵੇ। ਜਦ ਸਭਾ ਦੀ ਰਾਣੀ ਨੇ ਸੁਲੇਮਾਨ ਦੀ ਸਾਰੀ ਬੁੱਧ ਅਤੇ ਉਸ ਮਹਿਲ ਨੂੰ ਜਿਹੜਾ ਉਸਨੇ ਬਣਾਇਆ ਸੀ ਜਿੱਠਾ, ਨਾਲੇ ਉਸਦੇ ਲੰਗਰ ਦਾ ਖਾਣਾ, ਉਸਦੇ ਟਹਿਲੂਆਂ ਦੇ ਬੈਠਣ, ਉਸਦੇ ਸੇਵਕਾਂ ਦੀ ਆਗਿਆਕਾਰੀ, ਉਹਨਾਂ ਦਾ ਪਹਿਰਾਵਾ, ਉਸਦੇ ਸਾਕੀ ਅਤੇ ਉਸ ਦੀਆਂ ਹੋਮ ਦੀਆਂ ਬਲੀਆਂ ਜਿਹੜੀਆਂ ਉਹ ਯਹੋਵਾ ਦੇ ਭਵਨ ਵਿੱਚ ਚੜਾਉਂਦਾ ਸੀ ਤਾਂ ਉਹਦੇ ਹੋਸ਼ ਉੱਡ ਗਏ। ਓਕੇ, ਥੈਂਕ ਯੂ ਜੀ। ਸੋ ਜੀ ਬੀਬੀ ਆਈ ਹੈ ਯਮਨ ਤੋਂ, ਆਪਣੇ ਮੁਲਕ ਦੇ ਵਿੱਚ ਆਪਣੇ ਕੌਮ ਦੇ ਵਿੱਚ ਮਲਕਾ ਸੀ। ਸ਼ੀ ਵਾਸ ਕਮਿੰਗ ਫਰਮ ਦਾ ਮਿਡਲ ਈਸਟਰਨ ਯਮਨ, ਜਿਹੜਾ ਅੱਜ ਦੇ ਦੌਰ ਦਾ ਯਮਨ ਹੈ ਜਿਹੜਾ ਸਭਾ, ਉੱਥੋਂ ਆਈ। ਇੱਕ ਹੋਰ ਬੜੇ ਲੋਕ ਹੁੰਦੇ ਹੁੰਦੇ ਤੁਹਾਨੂੰ ਦੱਸਿਆ ਨਾ, ਜਿਵੇਂ ਕਿਉਂਕਿ ਸੁਲੇਮਾਨ ਦੀ ਹਕੂਮਤ ਮੈਂ ਦੱਸਿਆ ਨਾ, ਇੱਕ ਅੰਦਾਜ਼ਾ ਲਗਾਓ ਜਿਹੜੇ ਬੰਦੇ ਦੀਆਂ ਕੋਈ 700 ਰਾਣੀਆਂ ਹੋਣ, ਅੰਦਾਜ਼ਾ ਲਾਓ 700 ਰਾਣੀਆਂ ਦਾ ਮਤਲਬ ਹੈ ਕਿ 700 ਕੌਮਾਂ, ਠੀਕ ਹੈ। 300 ਹਰਮਾਂ ਜਿਹੜੀਆਂ ਗਿਫਟ ਦੇ ਤੌਰ ਤੇ ਮਿਲੀਆਂ। ਆਖਰੀ ਮਿਸਰ ਦੀ ਰਾਣੀ ਜਿਹੜੀ ਸੀ, ਮਤਲਬ ਅੰਦਾਜ਼ਾ ਲਾਓ ਕਿ ਅਫਰੀਕਾ ਤੱਕ, ਮਿਡਲ ਈਸਟ ਤੋਂ ਲੈ ਕੇ ਤੇ ਅਫਰੀਕਾ ਤੱਕ ਸੁਲੇਮਾਨ ਦੀ ਕੀ ਸੀ, ਉਹਦੀ ਸਲਤਨਤ ਫੈਲੀ ਹੋਈ ਸੀ, ਠੀਕ ਹੈ। ਔਰ ਜਿਵੇਂ ਮੈਂ ਦੱਸਿਆ ਵੀ ਕਿਤੇ ਲੜਾਈ ਨਹੀਂ ਹੋਈ, ਸਾਰਿਆਂ ਨਾਲ ਰਜਵਾਈ ਪਾਈ ਸੀ, ਉਹ ਲੜਨ ਨਾਲ ਕਿਤੇ ਨਹੀਂ ਸੀ ਉਹਦੇ ਨਾਲ, ਠੀਕ ਹੈ। ਸੋ ਹਰ ਬੰਦਾ ਜਿਹੜਾ ਵੀ ਕੋਈ ਰਾਣੀ ਨਾਲ ਦਿੰਦਾ ਸੀ, ਨਾਲ ਜਾਇਦਾਦ ਵੀ ਦਿੰਦਾ ਸੀ, ਨਾਲ ਪਿੰਡ ਵੀ ਦਿੰਦਾ ਸੀ, ਨਾਲ ਹੁਕੂਮਤਾਂ ਵੀ ਦਿੰਦਾ ਸੀ, ਠੀਕ ਹੈ ਨਾ। ਸੋ ਲੜਾਈ ਕਿਸੇ ਨਾਲ ਨਹੀਂ ਹੋਈ। ਸੁਲੇਮਾਨ ਪੀਸਫੁਲੀ ਹੋ ਕੇ ਜਨਾਬ ਉਹਨੇ ਸਿਰਫ ਕੀ ਕੀਤਾ, ਉਹਨੇ ਸਿਰਫ ਕੰਸਟਰਕਸ਼ਨ ਕੰਮ ਹੀ ਕੀਤਾ। ਉਹ ਨਾਲੇ ਨਸਲ ਬਣਾਉਂਦਾ ਗਿਆ ਤੇ ਨਾਲੇ ਬਿਲਡਿੰਗਾਂ ਬਣਾਉਂਦਾ ਗਿਆ, ਠੀਕ ਹੈ। ਉਹ ਮਤਲਬ ਹਰ ਪਾਸੇ ਉਹਨੇ ਕੰਮ ਚੁੱਕ ਕੇ ਰੱਖਿਆ ਸੀ। ਲੇਕਿਨ ਜਿਵੇਂ ਪਹਿਲਾਂ ਦੱਸਿਆ ਵੇ ਕਿ ਜਿਹੜਾ ਸੁਲੇਮਾਨ ਦੇ ਜਿਹੜਾ ਕੁਈਨ ਹੈ, ਮੈਂ ਕਿਤਾਬ ਪੜ੍ਹੀ ਜੀ ਓਡੇ ਆਫ ਸੋਲੋਮਨ। ਓਡੇ ਦਾ ਮਤਲਬ ਹੈ ਜੀ ਗੀਤ, ਠੀਕ ਹੈ। ਔਰ ਤੁਸੀਂ ਵੇਖੋਗੇ ਤੁਹਾਂ ਕਦੀ ਅਫਰੀਕਨ ਜਿਊਸ ਨੂੰ ਸੁਣਿਆ ਵੇ? ਅਸੀਂ ਤਾਂ ਮੋਸਟਲੀ ਨਾ ਸਾਡੇ ਵਰਗੇ ਗੰਦਮੀ ਜੀ ਹੁੰਦੇ ਨੇ, ਠੀਕ ਹੈ ਨਾ, ਪੈਲਸਟੀਨੀਅਨ, ਲੇਕਿਨ ਕਦੀ ਤੁਸੀਂ ਅਫਰੀਕਨ ਜਿਊਸ ਦੇ ਬਾਰੇ ਸੁਣਿਆ? ਅਫਰੀਕਨ ਜਿਊਸ ਜਿਹੜੇ ਨੇ ਐਥੋਪੀਅਨ ਜਾਂ ਉਦੋਂ ਪਰਾਂ ਕੰਟਰੀ ਹੈ,
ਉਹ ਆਪਣੀਆਂ ਜੜ੍ਹਾਂ ਜਿਹੜੇ ਨਾ ਉਹ ਵੀ ਸੁਲੇਮਾਨ ਬਾਦਸ਼ਾਹ ਦੇ ਦਰਬਾਰ ਚ ਲਾਉਂਦੇ ਨੇ। ਕਹਿੰਦੇ ਨੇ ਜੀ ਕਿ ਸੁਲੇਮਾਨ ਦੀ ਨਸਲ ਜਿਹੜੀ ਹੈ ਇਹ ਯਹੂਦੀ ਜਿਹੜੇ ਨੇ ਇਹ ਆਏ ਨੇ ਜਨਾਬ, ਇੱਥੇ ਆਏ ਨੇ। ਤੁਸੀਂ ਅਗਰ ਇੱਕ ਮੂਵੀ ਵੇਖੋਗੇ ਨਾ, ਆਪਰੇਸ਼ਨ ਇੰਜ ਕਰਕੇ ਨਾਂ ਸੀ ਉਹਦਾ, ਮੇਰੇ ਜਿਹੜੇ ਨਾਂ ਨਿਕਲ ਗਿਆ, ਆਪਰੇਸ਼ਨ ਰੈਡ ਸੀ ਦੇ ਨਾਂ ਤੋਂ ਮੂਵੀ ਆਈ ਹੈ ਪਿਛਲੇ ਦਿਨਾਂ ਦੇ ਵਿੱਚ, ਔਰ ਉਹਦੇ ਵਿੱਚ ਉਹਨਾਂ ਦੱਸਿਆ ਵੀ ਕਿ ਕਿਵੇਂ ਜਿਹੜੀ ਸਟੇਟ ਆਫ ਇਜ਼ਰਾਈਲ ਹੈ ਦੇ ਮੇਕ ਅ ਰੈਸਕਿਊ ਪਲਾਨ ਟੂ ਰੈਸਕਿਊ ਅਫਰੀਕਨ ਜਿਊਜ਼। ਠੀਕ ਹੈ, ਸੋ ਅਸੀਂ ਵੇਖਦੇ ਹਾਂ ਕਿ ਅਫਰੀਕਨ ਜਿਊਜ਼ ਆਲਰੇਡੀ ਮੌਜੂਦ ਨੇ। ਸੋ ਸਾਡੇ ਸਾਹਮਣੇ ਬੜੀ ਵੱਡੀ ਸਲਤਨਤ ਦਾ ਜ਼ਿਕਰ ਹੈ। ਲੇਕਿਨ ਸੋ ਮਲਕਾ ਆਈ ਹੈ, ਸਭਾ ਆਈ, ਸਾਨੂੰ ਨਹੀਂ ਪਤਾ ਸੁਲੇਮਾਨ ਦੀ ਸ਼ਾਦੀ ਹੋਈ ਉਹਦੇ ਨਾਲ ਨਹੀਂ ਹੋਈ, ਬਾਈਬਲ ਖਾਮੋਸ਼ ਹੈ ਇਸ ਮਾਮਲੇ 'ਚ। ਮੈਨੂੰ ਨਹੀਂ ਪਤਾ ਇਹ 300-700 ਦੇ ਲਿਸਟ 'ਚ ਖਾਤੂਨ ਵੀ ਸ਼ਾਮਲ ਸੀ ਕਿ ਨਹੀਂ ਸੀ ਸ਼ਾਮਲ, ਬਟ ਐਨੀਵੇ ਦੈਟਸ ਅ ਸਾਈਡ ਸਟੋਰੀ। ਲੇਕਿਨ ਜਿਹੜਾ ਇਹਦੇ ਬਾਅਦ ਇੱਕ ਹੋਰ ਸੈਕੰਡ ਲਾਸਟ ਕਨਸੈਪਟ ਹੈ, ਉਹ ਕੀ ਹੈ? ਉਹ ਵੇ 17ਵੀਂ ਆਇਤ। 17ਵੀਂ आयत की है जी? उसका नाम हमेशा तक ही रहेगा, कायम रहेगा, जब तक सूरज है उसका नाम रहेगा, और लोग उसके वसीले से क्या पाएंगे? बरकत पाएंगे, सब कौमें उसे खुशनसीब कहेंगे। एक चीज जिहड़ी क्रिश्चियनां नूं और खास तौर ते जिहड़े वैस्ट दे विच क्रिश्चियन बैठे ना जिहड़े सुनन दे ने, सानू अगर खुदा ने बरकतां दित्तियां ने ना, ठीक है, मैनूं पता चैलेंजेस हर जगह हैं, ਅਸੀਂ ਬਰਕਤ ਨੂੰ ਰਿਲੇਟ ਕਰਨੇ ਆ, ਅਸੀਂ ਇਕੁਏਸ਼ਨ ਬਣਾਉਂਦੇ ਆ ਮਟੀਰੀਅਲਿਸਟਿਕ ਜਿਹੜੀ ਹੈ ਨਾ ਸਟਰੈਂਥ ਦੇ ਨਾਲ। ਅੱਛਾ ਜੀ, ਲੋਕਾਂ ਕੋਲ ਡਾਲਰ ਨੇ, ਉੱਥੇ ਪਾਉਂਡ ਨੇ, ਫਲਾਣੇ ਕੋਲ ਆਸਟ੍ਰੇਲੀਅਨ ਡਾਲਰ ਹੈ, ਫਲਾਣੇ ਕੋਲ ਕੈਨੇਡੀਅਨ ਡਾਲਰ ਹੈ। ਅਸੀਂ ਰਿਲੇਟ ਕਰਨੇ ਆ ਬਲੈਸਿੰਗ ਨੂੰ ਸਿਰਫ ਪੈਸੇ ਦੇ ਨਾਲ ਜਾਂ ਸਟੇਟਸ ਦੇ ਨਾਲ। ਦੈਟਸ ਨਾਟ ਆਈਡੀਆ। ਬਲੈਸਿੰਗ ਦਾ ਆਈਡੀਆ ਇਹ ਬੜਾ ਮਹਦੂਦ ਆਈਡੀਆ ਵੇ, ਇਟਸ ਵੈਰੀ ਲਿਮਿਟਡ ਆਈਡੀਆ। ਠੀਕ ਹੈ, ਜਦੋਂ ਖੁਦਾ ਬਲੈਸਿੰਗ ਦੀ ਗੱਲ ਕਰਦਾ ਵਾ ਨਾ, that encompass spiritual, emotional, psychological, family, material, it's encompass the whole human holistic blessing इन्हों क्या जाता है, health, wealth, everything included in that, family, दिमागी पीस, हर तरह का। ठीक है, लोग उसके वसीले बरकत पाएंगे। मेरे जीजो, अब्राहम ने खुदा ने कहा सी तू बाबरकत हुआ और तेरे वसीले से कौमें की पान गया, बरकत पान गया। ਜਿਹੜਾ ਕਨਸੈਪਟ ਹੈ ਨਾ ਬਰਕਤ ਦਾ, ਜਿਹੜਾ ਬੰਦਾ ਬਲੈਸਡ ਹੈ, ਭਾਵੇਂ ਐਜੂਕੇਸ਼ਨਲੀ, ਭਾਵੇਂ ਇਕਨੋਮਿਕਲੀ, ਭਾਵੇਂ ਕਿਸੇ ਵੀ ਤਰੀਕੇ ਦੇ ਨਾਲ, ਜਿਹੜਾ ਬਲੈਸ ਬੰਦਾ ਹੈ ਨਾ, ਉਹ ਬਰਕਤ ਉਹਦੇ ਲਈ ਨਹੀਂ ਹੈ। You have been blessed to become a channel of blessing। ਅਗਰ ਅਸੀਂ ਚੈਨਲ ਨਹੀਂ ਬਣਦੇ, ਅਗਰ ਅਸੀਂ ਉਹਨੂੰ ਚੈਨਲਾਈਜ਼ ਨਹੀਂ ਕਰਦੇ, ਇਹਦਾ ਮਤਲਬ ਹੈ ਅਗਰ ਅਸੀਂ ਡੱਕੇ ਲਾ ਕੇ ਤੇ ਅਸੀਂ ਸਿਰਫ ਲੇਜਰ ਔਰ ਪਲੇਜਰ, ਅਸੀਂ ਸਿਰਫ ਇੰਜੋਏ ਕਰਨੇ ਆ ਜਿਹੜੀਆਂ ਖੁਦਾ ਸਾਨੂੰ ਪ੍ਰਿਵਿਲੇजेस ਜਾਂ ਬਰਕਤਾਂ ਦਿੱਤੀਆਂ ਨੇ, ਇਹਦਾ ਮਤਲਬ ਹੈ ਕਿ ਅਸੀਂ ਖੁਦਾ ਦੇ ਪਲਾਨ ਦੇ ਖਿਲਾਫ ਕੀ ਹੋ ਜਾਂਦੇ ਆ, ਖੜੇ ਹੋ ਜਾਂਦੇ, ਅਸੀਂ ਨਾਫਰਮਾਨ ਹੋ ਜਾਂਦੇ ਆ। Any kind of blessing ਜਿਹੜੀ ਸਾਡੇ ਕੋਲ ਹੈ, that is not for me, that is not for you, that is only for the nations and for those who deserve that you have been given to become a channel। and ਇਹ ਗੱਲ ਸਾਨੂੰ ਸਮਝਣੀ ਚਾਹੀਦੀ। ठीक है जी, आखिरी पॉइंट ओ की है, आखिरी पॉइंट है जी हिब्रू लफ्ज है ना बाराक या बारूक जेड़ा बरकत दी गई है। ठीक है जी, ओके। 19 आयत ਜਿਹੜੀ ਹੈ ਨਾ, ਇਹ ਮੈਂ ਜਿਵੇਂ ਅਗਰ ਦੱਸਿਆ ਡੌਕਸੋਲੋਜੀ ਹੈ। ਸੋ 5 ਡੌਕਸੋਲੋਜੀ ਸਾਡੇ ਕੋਲ ਨੇ, 5 ਦੀਆਂ 5 ਕਿਤਾਬਾਂ ਡੌਕਸੋਲੋਜੀ ਤੇ ਖਤਮ ਹੁੰਦੀਆਂ ਨੇ। ਠੀਕ ਹੈ, ਔਰ ਇਸ ਡੌਕਸੋਲੋਜੀ ਜਿਹੜੀ ਹੈ ਉਹਦੇ ਲਈ ਜਿਹੜੀ ਇੰਪੋਰਟੈਂਟ ਚੀਜ਼ ਹੈ ਨਾ, ਉਹ ਕੀ ਹੈ ਡੌਕਸੋਲੋਜੀ? 19ਵੀਂ आयत ਕਹਿੰਦੀ है जी, वही 18वीं आयत, खुदावन खुदा इस्राइल का खुदा मुबारक हो, वो अजीब व गरीब काम करता है। अच्छा, अजीब व गरीब काम करे ने, ਇਹ ਬੜਾ ਸਵਾਲ ਹੈ ਨਾ, ਇਹ ਬੜਾ ਇੰਟਰਸਟਿੰਗ ਹੈ। ਜਿਹੜਾ ਇੱਥੇ ਹਿਬਰੂ ਵਰਡ ਹੈ ਨਾ, ਅਜੀਬ व गरीब ਕਮਾ ਲਈ, ਉਹ ਹਿਬਰੂ ਵਰਡ ਹੈ ਜਨਾਬ ਨਿਫਲਾਤ, ਨਿਪਲਾਤ, ਨਿਫ ਜਾਂ ਨਿਪ, ਨਿਪਲਾਤ, ਜਿਹਦਾ ਮਤਲਬ ਹੈ ਜੀ used to God's work in the plague of Egypt against Pharaoh। ਠੀਕ ਹੈ, ਜਿਹੜੀਆਂ ਖੁਦਾ ਨੇ ਆਫਤਾਂ ਕਲਾ ਕੇ ਤੇ ਦੇਵੀ ਦੇਵਤਾਵਾਂ ਨੂੰ, ਮਿਸਰ ਦੇ ਦੇਵਤਾਵਾਂ ਨੂੰ ਸਜ਼ਾ ਦਿੱਤੀ ਸੀ ਨਾ, ਖੁਦਾ ਨੇ ਅਜੀਬ ਗਰੀਬ ਕੰਮ ਕੀਤੇ ਹਨ। ਐਕਚੁਅਲੀ ਦਿਸ ਇਜ਼ ਰਿਫਰਿੰਗ ਟੂ ਦੈਟ ਸਾਈਡ। ਠੀਕ ਹੈ, ਸੋ ਮੇਰੇ ਜੀਜ਼ੋ, ਅਸੀਂ ਵੇਖਦੇ ਆ ਕਿ ਆਖਰੀ ਆਇਤ ਖਤਮ ਹੁੰਦੀ ਹੈ ਜੀ, ਆਮੀਨ ਸੁਮ ਆਮੀਨ। डॉक्सोलॉजी, सारी जमीन उसके जलाल से मामूर हो, उसका जलील नाम हमेशा के मुबारक हो। डॉक्सोलॉजी खत्म होती है। साडे कोल डॉक्सोलॉजी न्यू टेस्टामेंट दे विच जिथे जिथे भी आई है, कम से कम कोई 10-15 हवाले ने। मैं सिर्फ तुहानू कहांगा जी, सिर्फ 2 हवाले पढ़ो, आखिरी हवाले ने, और वो भी मुकाशफा की किताब दे विचों, बुक ऑफ रेवलेशन। ठीक है जी, बुक ऑफ रेवलेशन दा सिर्फ एक हवाला कड्डो जी, 5 बाब दी 13 आयत ते 7 बाब दी 12 आयत, बस ए 2 हवाले। 5-13 ਤੇ 7-12। प्रकाश ਦੀ ਪੋਥੀ 5ਵਾਂ ਬਾਬ ਉਹਦੀ 13ਵੀਂ ਆਇਤ।
ਹਰ ਇੱਕ ਸ੍ਰੇਸ਼ਟ ਨੂੰ ਜੋ ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠ ਅਤੇ ਸਮੁੰਦਰ ਉੱਤੇ ਹੈ ਅਤੇ ਸਭ ਜੋ ਉਹਨਾਂ ਦੇ ਵਿੱਚ ਹਨ, ਮੈਂ ਇਹ ਆਖਦੇ ਸੁਣਿਆ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹਦਾ ਅਤੇ ਲੇਲੇ ਦਾ ਧੰਨਵਾਦ, ਮਾਣ, ਮਹਿਮਾ, ਪਰਾਕਰਮ ਜੁਗੋ ਜੁਗ ਹੋਵੇ। Okay ਜੀ, be blessing and honor and glory and might forever and ever. Doxology 7:12 ਹਾਂਜੀ। ਸਿਸਟਰ ਸੰਭਲ। ਅਤੇ ਨਾਲ ਹੀ ਕਿਹਾ, ਆਮੀਨ। ਸਾਡੇ ਪਰਮੇਸ਼ਵਰ ਦੀ ਮਹਿਮਾ, ਮਾਨ, ਬੁੱਧ ਅਤੇ ਧੰਨਵਾਦ, ਆਦਰ, ਅਧਿਕਾਰ ਦੀ ਸ਼ਕਤੀ ਅਨੰਤ ਕਾਲ ਤੱਕ ਰਹੇ। ਆਮੀਨ। There you go. ਠੀਕ ਹੈ ਜੀ, ਤੁਸੀਂ ਵੇਖਦੇ ਆ ਕਿ ਮੁਕਾਸ਼ ਵਾਲੀ ਕਿਤਾਬ ਦੇ ਵਿੱਚ ਜਿਹੜੀ ਡੌਕਜ਼ੋਲੋਜੀ ਹੈ, ਖੁਦਾ ਦੀ ਹਮਦੋ ਤਾਰੀਫ ਜਿਹੜੀ ਹੈ, that has been adopted from the book of Psalms, ਜਿਹੜੀ ਤੁਹਾਨੂੰ ਨਵੇਦਨਾਮਾ ਦੇ ਵਿੱਚ ਮਿਲੇਗੀ। ਖੁਦਾਵੰਦ ਸਾਨੂੰ ਸਾਰਿਆਂ ਨੂੰ ਖੁਦਾਵੰਦ ਦੀ ਮਹਿਮਾ, ਖੁਦਾਵੰਦ ਦੀ ਹਮਦੋ ਸਨਾ, ਖੁਦਾਵੰਦ ਦੀ ਜਲਾਲ ਔਰ ਖੁਦਾਵੰਦ ਦੀ ਬਾਦਸ਼ਾਹੀ ਦੇ ਕੰਮ ਕਰਨ ਦੀ ਤੌਫੀਕ ਦਿੰਦਾ ਰਹੇ। ਆਮੀਨ। ਆਮੀਨ। ਥੈਂਕ ਯੂ ਪਾਸਟਰ ਜੀ। ਹੁਣ ਮੈਂ ਇਨਵਾਈਟ ਕਰਾਂਗੀ ਅੰਕਲ ਜੋਸ਼ੂਆ ਨੂੰ ਕਿ ਉਹ ਆਪਣੇ ਸਵਾਲ ਤੇ ਆਪਣੀ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਮੈਨੂੰ 72 ਜ਼ਬੂਰ ਦੇ ਵਿੱਚ 12-14 ਆਇਤ ਜਿਹੜੀ ਆ, ਮੈਂ ਉਸੇ ਦੱਸਾਂਗਾ। God cares for the needy, the afflicted and the weak, because they are precious to him. If God feels so strongly about these needy ones and loves them so deeply, how can we ignore their plight? Examine what you are doing to reach out with God's love. Are you ignoring their plights? Are you meeting their needs? That's it. ਥੈਂਕ ਯੂ ਅੰਕਲ ਜੋਸ਼ੂਆ। ਮੈਂ ਇਨਵਾਈਟ ਕਰਾਂਗੀ ਆਂਟੀ ਸਿੰਬਲ ਨੂੰ ਕਿ ਉਹ ਵੀ ਆਪਣੇ ਸਵਾਲ ਆਪਣੀ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਹਾਂਜੀ, ਜ਼ਬੂਰ 72 ਜਿਹੜਾ ਬੜਾ ਹੀ ਪਿਆਰਾ ਜ਼ਬੂਰ ਹੈ, ਔਰ ਜਿਸ ਤਰ੍ਹਾਂ ਪਾਜੀ ਸਾਹਿਬ ਨੇ ਕਿਹਾ ਕਿ ਵਾਕਈ ਬਹੁਤ ਆਲਮੋਸਟ ਸਾਰੇ ਇੰਡੀਅਨ ਪਾਕਿਸਤਾਨੀ ਚਰਚਸ 'ਚ ਹਦੀਏ ਦੇ ਟਾਈਮ ਤੇ ਗਾਇਆ ਜਾਂਦਾ ਹੈ, ਲੇਕਿਨ ਜਿਹੜਾ ਇਹਨਾਂ ਨੇ ਕਿਹਾ ਹੈ ਕਿ ਇਹ ਡੌਕਸੋਲੋਜੀ ਜ਼ਾਹਿਰ ਕਰਦਾ ਹੈ, ਔਰ ਇਹ ਹਕੀਕਤ ਹੈ ਕਿ ਮੈਂ ਇਹਨੂੰ ਡੌਕਸੋਲੋਜੀ ਦਾ ਹੀ ਸਾਮ ਸਮਝਾਂਗੀ, ਸਮਝਣੀ ਆ। ਇਹਦੇ ਵਿੱਚ ਖੁਦਾਵੰਦ ਯਿਸੂ ਮਸੀਹ ਦੀ ਜ਼ਮੀਨ ਤੇ ਬਾਦਸ਼ਾਹਤ ਦੀ ਬੜੀ ਖੂਬਸੂਰਤ ਤਸਵੀਰ ਬਿਆਨ ਕੀਤੀ ਗਈ ਹੈ ਕਿ ਖੁਦਾਵੰਦ ਯਿਸੂ ਮਸੀਹ ਹੀ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਔਰ ਉਹੀ ਜਦੋਂ ਤੱਕ ਸੂਰਜ ਤੇ ਚੰਨ ਨੇ ਉਹੀ ਹੁਕੂਮਤ ਕਰੇਗਾ, ਤੇ ਇਹੋ ਹੀ ਇਹਦਾ ਰਿਫਲੈਕਸ਼ਨ ਹੈ ਮੇਰੇ ਵੱਲੋਂ। ਥੈਂਕ ਯੂ ਆਂਟੀ ਜੀ। ਮੈਂ ਹੁਣ ਇਨਵਾਈਟ ਕਰਾਂਗੀ ਆਂਟੀ ਰੀਨਾ ਨੂੰ ਕਿ ਉਹ ਵੀ ਆਪਣੇ ਸਵਾਲ ਆਪਣੀ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਮੈਂ ਚੈਪਟਰ ਜ਼ਬੂਰ 72 ਦੇ ਵਿੱਚ ਉਹਦੀ ਆਇਤ 12 ਅਤੇ 17 ਦੇ ਵਿੱਚ ਮੈਨੂੰ ਬਹੁਤ ਅੱਛਾ, ਉਹ ਲੋੜਵੰਦਾਂ ਨੂੰ ਪੁਕਾਰ ਅਤੇ ਉਹਨਾਂ ਦਾ ਬਚਾਵ ਕਰੇਗਾ ਅਤੇ ਗਰੀਬ ਬੇਸਹਾਰਿਆਂ ਦੀ ਮਦਦ ਕਰੇਗਾ। ਜਦੋਂ ਅਸੀਂ ਖੁਦਾ ਤੇ ਵਿਸ਼ਵਾਸ ਰੱਖਦੇ ਹਾਂ, ਇਸ ਜ਼ਬੂਰ ਤੋਂ ਸਾਨੂੰ ਬਹੁਤ ਕੁਝ ਮਿਲਦਾ ਹੈ, ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਇਹਦੇ ਵਿੱਚ ਵਿਸ਼ਵਾਸ ਦੇ ਵਿੱਚ ਵਧਣਾ ਚਾਹੀਦਾ ਹੈ, ਪਰ ਸਾਨੂੰ ਉਦੋਂ ਹੀ ਨਹੀਂ ਆਪਣੇ ਰੱਬ ਦੇ ਮੂਹਰੇ ਗੋਡੇ ਟੇਕਣੇ ਚਾਹੀਦੇ ਜਦੋਂ ਸਾਨੂੰ ਲੋੜ ਹੋਵੇ। ਸਾਨੂੰ ਆਪਣੇ ਖੁਦਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਅਤੇ ਜਦੋਂ ਅਸੀਂ ਉਹਨੂੰ ਯਾਦ ਰੱਖਦੇ ਹਾਂ ਤੇ ਸਾਡੀ ਹਰ ਇੱਕ ਜ਼ਰੂਰਤ ਜਿਹੜੀ ਆ, ਸਾਡੀ ਲੋੜ ਆ, ਉਹ ਖੁਦ ਪੂਰੀ ਕਰਦਾ ਹੈ। ਥੈਂਕ ਯੂ ਆਂਟੀ। ਐਂਡ ਮੈਂ ਇਨਵਾਈਟ ਕਰਾਂਗੀ ਅੰਕਲ ਕਾਸ਼ ਨੂੰ ਕਿ ਉਹ ਵੀ ਆਪਣੇ ਸਵਾਲ ਆਪਣੇ ਰਿਫਲੈਕਸ਼ਨ ਸਾਡੇ ਨਾਲ ਸ਼ੇਅਰ ਕਰਨ, ਤਾਂ ਇਸ ਜ਼ਬੂਰ ਦਾ ਸਾਨੂੰ ਆਖਰੀ ਹਿੱਸਾ ਉਗਾ ਕੇ ਸੁਣਾਉਣਗੇ। ਸੁਲੇਮਾਨ ਦਾ ਮਜ਼ਮੂਰ ਜਿਹੜਾ ਉਹਨਾਂ ਨੇ ਲਿਖਿਆ ਹੈ, ਉਹਦੇ 'ਚ ਵਾਜ਼ਿਹ ਫਰਕ ਹੈ ਕਿ ਨਾ ਸਿਰਫ ਉਹਨੇ ਖੁਦਾ ਦੀ ਬੜਾਈ ਕੀਤੀ ਹੈ, ਬਲਕਿ ਉਹਨੇ ਸ਼ੁਕਰਗੁਜ਼ਾਰੀ ਵੀ ਕੀਤੀ ਹੈ ਉਸ ਉਹਦੇ ਵਾਸਤੇ ਜਿਹੜਾ ਖੁਦਾਵੰਦ ਨੇ ਉਹਨੂੰ ਅਤਾ ਕੀਤਾ, ਤਾਂ ਕਿ ਉਸ ਬਾਦਸ਼ਾਹਤ ਤੇ ਜਿਹੜੀ ਕਿ ਉਹਨੂੰ ਦਿੱਤੀ ਗਈ, ਉਹਦੇ ਇਸਤੇਮਾਲ ਦੇ ਨਾਲ, ਉਹਦੇ ਅਹੁਦੇ ਦੇ ਨਾਲ ਕਿ ਉਹ ਬਾਦਸ਼ਾਹ ਹੈ, ਉਹਨੇ ਇਸ ਗੱਲ ਨੂੰ ਨਹੀਂ ਭੁੱਲਿਆ ਕਿ ਖੁਦਾਵੰਦ ਰੱਬ ਅਸਲ 'ਚ ਵੱਡਾ ਬਾਦਸ਼ਾਹ ਹੈ, ਲੇਕਿਨ ਇਹ ਬਾਦਸ਼ਾਹਤ ਸੁਲੇਮਾਨ ਨੂੰ ਖੁਦਾ ਨੇ ਦਿੱਤੀ ਹੈ ਤਾਂ ਕਿ ਉਹ ਅਮਨੋ ਅਮਾਨ ਪੈਦਾ ਕਰੇ। ਉਹਨੇ ਆਪਣੇ ਜ਼ੋਰ ਦੇ ਉੱਥੇ ਤਕੀਆ ਨਹੀਂ ਕੀਤਾ, ਉਹਨੇ ਆਪਣੀ ਤਾਕਤ ਤੇ ਤਕੀਆ ਨਹੀਂ ਕੀਤਾ, ਉਹਨੇ ਖੁਦਾਵੰਦ ਤੇ ਤਕੀਆ ਕੀਤਾ, ਔਰ ਉਸ ਅਹੁਦੇ ਦੇ ਇਸਤੇਮਾਲ ਦੇ ਨਾਲ
ਉਹਨੇ ਇਸ ਬਾਤ ਨੂੰ ਈਮਾਨ 'ਚ ਰੱਖਿਆ ਕਿ ਖੁਦਾਵੰਦ ਉਹਨੂੰ ਫਤਹਮੰਦ ਕਰੇਗਾ ਔਰ ਜਿਹੜੇ ਲੋਕ ਉਹਦੇ ਨਾਲ ਜਿਹੜੇ ਨੇ ਉਹਦੇ ਦੁਸ਼ਮਣ ਹੋਣਗੇ ਉਹ ਡਰਨਗੇ ਔਰ ਉਹਦੀ ਬਾਦਸ਼ਾਹਤ ਸਲਤਨਤ ਜਿਹੜੀ ਹੈ ਉਹ ਬਹੁਤ ਸਾਲਾਂ ਤੱਕ ਬਲਕਿ ਚੰਨ ਔਰ ਸੂਰਜ ਤੱਕ ਕਾਇਮ ਰਹੇਗੀ, ਜਿੱਥੇ ਕਿ ਕਦੀ ਉਹ ਆਪਣੀ ਬਾਦਸ਼ਾਹਤ ਦੇ ਬਾਰੇ ਸ਼ੁਕਰਗੁਜ਼ਾਰੀ ਕਰਦਾ ਹੈ ਔਰ ਕਦੀ ਉਹ ਖੁਦਾਵੰਦ ਦੀ ਬਾਦਸ਼ਾਹਤ ਦੇ ਬਾਰੇ 'ਚ ਵੀ ਜ਼ਿਕਰ ਕਰਦਾ ਹੈ। ਔਰ ਆਖਰ ਵਿੱਚ ਜਿਹੜਾ ਮੈਂ ਹੁਣ ਜ਼ਬੂਰ ਉਹਦੇ ਕੁਛ ਅਸ਼ਾਰ ਪੇਸ਼ ਕਰਾਂਗਾ ਉਹ ਹੈ ਕਿ ਉੱਥੇ ਉਹਨੇ ਫਿਰ ਉਹਨੂੰ ਕਨਕਲੂਡ ਕੀਤਾ ਕਿ ਹਕੀਕਤ 'ਚ ਹਰ ਚੀਜ਼ ਫਾਨੀ ਹੈ ਔਰ ਇਸ ਚੀਜ਼ ਦਾ ਉਹਨੇ ਐਡਮਿਸ਼ਨ ਕੀਤਾ, ਲੇਕਿਨ ਜਿਹੜੀ ਚੀਜ਼ ਕਾਇਮ ਰਹੇਗੀ ਉਹ ਖੁਦਾ ਦੀ ਹੀ ਬਾਦਸ਼ਾਹੀ ਹੈ। Although he is the king, but the real kingdom is of God and that will be there forever. So ਉਹਦੇ ਕੁਛ ਸ਼ੇਰ ਜਿਹੜਾ ਕਿ ਅਸੀਂ ਬਚਪਨ ਤੋਂ ਗਾਉਂਦੇ ਆ ਰਹੇ ਹਾਂ ਤੇ ਮੈਂ ਹੈਰਾਨ ਹੋਇਆ ਕਿ ਜਦੋਂ ਮੈਂ ਤਹਲੀਮ ਸਕੂਲ ਆਫ ਚਰਚ ਮਿਊਜ਼ਿਕ ਐਂਡ ਵਰਸ਼ਿਪ ਦੇ ਸਾਈਟ ਤੋਂ ਇਹਨਾਂ ਧੁਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਮੋਸਟਲੀ ਧੁਨਾਂ ਜਿਹੜੀਆਂ ਸਨ ਉਹ ਡਿਫਰੈਂਟ ਸਨ ਜਿਹੜੀਆਂ ਮੈਂ ਬਚਪਨ ਤੋਂ ਗਾਉਂਦਾ ਹੈ, ਲੇਕਿਨ ਇਹ ਧੁਨ ਬਿਲਕੁਲ ਉਹੀ ਸੀ ਜਿਹੜੀ ਅਸੀਂ ਬਚਪਨ ਤੋਂ ਗਾ ਰਹੇ ਹਾਂ। ਸੋ ਸਾਰਿਆਂ ਨੂੰ ਧੁਨ ਪਤਾ ਤੇ ਉਹੀ ਸੁਣਾ ਰਿਹਾ। रहेगा ना सदा तिकर मसीदा, रहेगा जब तलक सूरज रहेगा, ते उस थों बरकतां सब लोक पावन, ते कामा दियां धनबाद गावन, जो इसराइलियां दा रब खुदा है, अजाइब कम करदा धन सदा है, खुदा दा पाक ना है शान वाला, सदा तिकर मुबारक हो रहेगा, बुजुर्गियो दी है दुनिया ते सारी, कहो आमीन आमीन फिर दूजी बारी, कहो आमीन आमीन फिर दूजी ਵਾਰੀ। ਆਮੀਨ। ਥੈਂਕ ਯੂ ਤੁਹਾਡੇ ਸਾਰਿਆਂ ਦਾ ਅੱਜ ਦੀ ਰਿਫਲੈਕਸ਼ਨ ਲਈ। ਮੈਂ ਧੰਨਵਾਦ ਕਰਦੀ ਹਾਂ ਜਿਹੜੇ ਸਾਡੇ ਅੱਜ ਦੇ ਐਪੀਸੋਡ ਵਿੱਚ ਸਾਡੇ ਨਾਲ ਸ਼ਾਮਿਲ ਹੋਇਆ। ਅਸੀਂ ਫਿਰ ਤੁਹਾਡੇ ਸਾਰਿਆਂ ਨਾਲ ਮਿਲ ਕੇ ਜ਼ਬੂਰਾਂ ਦੀ ਸਟੱਡੀ ਕਰਾਂਗੇ ਨੈਕਸਟ ਟਿਊਜ਼ਡੇ ਨੂੰ। ਥੈਂਕ ਯੂ।